ਉਹ ਕੌਣ ਲੋਕ ਸੀ ਜਿਨ੍ਹਾਂ ਨੇ ਕਤਲ ਕੀਤਾ ਤੇ ਉਹਨਾਂ ਦਾ ਮਕਸਦ ਕੀ ਸੀ? ਉਹ ਹੈਗੇ ਸਮਗਲਰ ਸੀ ਜੀ, ਬਲੈਕ ਕਰਦੇ। ਨੌਜਵਾਨ ਦੇ ਕਤਲ ਦੀ, ਰੇਪ ਦੀ ਜੇ ਕੋਈ ਘਟਨਾ ਹੋਵੇ ਨਾ ਤੇ ਜਾਓ ਸਾਡਾ ਸਿਰ ਲਾ ਦਿਓ। ਹੋਰ ਦੱਸੋ, ਆ ਗੁਰੂ ਘਰ ਬੈਠੇ ਆ, ਇਦੋਂ ਵੱਡੀ ਦੀ ਕੋਈ ਗੱਲ ਨਹੀਂ। ਅਸੀਂ ਇਹਨਾਂ ਨੂੰ ਘੱਟ ਸਿੱਖਦੇ ਨਹੀਂਗੇ। ਸਾਡਾ ਤੇ ਕੁੜੀਆਂ ਨਾ ਮਨ ਘਟਾ। ਮੇਰਾ ਇੱਕ ਵੱਡਾ ਭਰਾ ਸੀ ਮਨਜੀਤ ਸਿੰਘ ਮੰਨਾ, ਉਹ ਵੀ ਉਸੇ ਲਹਿਰ ਨਾਲ ਸੰਬੰਧਿਤ ਸੀ। ਪਹਿਲਾਂ ਸਾਡੇ ਤੇ ਬਹੁਤ ਟੌਰਚਰ ਹੁੰਦਾ। ਕਿਹੜੀ ਲਹਿਰ ਨਾਲ? ਖਾਸ ਖਾੜਕੂ ਲਹਿਰ ਨਾਲ। ਅੱਛਾ ਜੀ। ਤੇ ਸਾਡੇ ਤੇ ਵੀ ਬਹੁਤ ਮਤਲਬ ਪੁਲਿਸ ਨੇ ਤੰਗ ਤੂੰ ਕਰਦੇ ਰਹੇ ਦੂਜੇ ਤੀਜੇ, ਪਰ ਬਲਦੇਵ ਸਿੰਘ ਮਾਨ ਇਹੋ ਜਿਹੇ ਵਧੀਆ ਸੀ ਜਿੰਨਾ ਸਾਨੂੰ ਵੀ ਬਚਾਇਆ, ਉਹ ਸਾਡੇ ਭਰਾ ਨੂੰ ਇੱਕ ਦੋ ਵਾਰਾਂ ਬਚਾਇਆ, ਪਰ ਉਹ ਗਲਤ ਟਾਣੀ ਨਾਲ ਪੈ ਕੇ ਤੇ ਉਹ ਮਤਲਬ ਖਾੜਕੂ ਲਹਿਰ 'ਚ ਮੁੜ ਕੇ ਸ਼ਹੀਦ ਹੋ ਗਿਆ। ਕਿਉਂਕਿ ਬਲਦੇਵ ਸਿੰਘ ਮਾਨ ਨੇ 2-3 ਵਾਰਾਂ ਉਹਨੂੰ ਛਡਾਇਆ, ਮੈਨੂੰ ਖੁਦ ਛਡਾਉਂਦਾ ਰਿਹਾ ਬਲਦੇਵ ਸਿੰਘ ਮਾਨ। ਬਹੁਤ ਵਧੀਆ ਇਨਸਾਨ। ਸੱਤੇ ਸੀਨੇ ਦੇ ਬੰਦੇ ਛਡਾਉਂਦਾ ਰਿਹਾ ਉਹ। ਸੱਤੇ ਸੀਨਾ ਇੱਥੇ ਸਰਦਾਰ ਸੀਨਾ ਸਭ ਤੋਂ ਵੱਡਾ ਖਾੜਕੂ ਸੀ। ਉਹਦੇ ਚਾਚੇ ਤਾਏ ਉਥੋਂ ਥਾਣੇ ਛਡਾ ਕੇ ਲਿਆਉਂਦੇ ਸੀ, ਬੰਦੇ ਮਾਨ ਛਡਾ ਕੇ ਲਿਆਉਂਦਾ। ਉਹਦਾ ਮੁੰਡਾ ਕਾਵੀ ਲੀਡਰ ਆ, ਉਹਦੀ ਇੰਟਰਵਿਊ ਲਈ ਜਾ ਸਕਦੀ ਆ ਕਿ ਤੇ ਡੈਡੀ ਨੂੰ ਛਡਾਇਆ ਕਿ ਨਹੀਂ ਬਲਦੇਵ ਮਾਨ ਨੇ, ਤੇ ਉਹ ਹੁਣ ਵੀ ਕਹੂਗਾ ਵੀ ਛਡਾਇਆ ਸੀ। ਇੱਜ਼ਤ ਵਾਲਾ ਬੰਦਾ ਸੀ। ਉੱਥੇ ਮਰਿਆ ਵੀ ਸਾਨੂੰ ਨਾ ਸੁਖਨੇ 'ਚ ਮਿਲਦਾ ਕਿ ਤੁਹਾਨੂੰ ਮਦਦ ਮੇਰੀ ਚਾਹੀਦੀ ਤੇ ਮੈਂ ਦਊਂਗਾ। ਏਡਾ ਚੰਗਾ ਬੰਦਾ ਸੀ। ਅਸੀਂ ਤਾਂ ਜ਼ਰੂਰ ਹੋਣੇ ਉਦੋਂ ਤੱਕ ਵੀ ਇਹ ਖਾੜਕੂ ਜਥੇਬੰਦੀਆਂ ਨੇ ਵੀ ਇਹਦੀ ਵਿਰੋਧਤਾ ਕੀਤੀ, ਵੀ ਮਾੜੀ ਕੀਤੀ ਆ, ਮਾਨ ਨੂੰ ਮਾਰਨਾ। ਮਣੀਆਂ ਦਾ ਪਹਿਲਾ ਜੋ ਪਿਛੋਕੜ ਆ ਉਹ ਠੀਕ ਆ, ਅਸੀਂ ਮੰਨਦੇ ਆ ਵੀ ਉਹ ਜਿਹੜੀ ਲਾਈਨ 'ਚ ਗਈ ਆ ਉਹ ਲਾਈਨ ਨੂੰ ਅਸੀਂ ਚੰਗਾ ਨਹੀਂ ਮੰਨਦੇ। ਨਗਰ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ, ਆਪ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਹਨ। ਜੀ ਮੈਂ ਕਰਮ ਸਿੱਖਾ ਦਾ ਮਿਰਰ ਪੰਜਾਬ ਟੀਵੀ ਵੱਲੋਂ ਅੱਜ ਆਪਾਂ ਪਹੁੰਚੇ ਆ ਬਲਦੇਵ ਸਿੰਘ ਮਾਨ, ਜੋ ਆਪਣੇ ਸਮੇਂ ਦੇ ਵੱਡੇ ਕਿਸਾਨ ਆਗੂ ਸੀ, ਉਹਨਾਂ ਦੇ ਪਿੰਡ ਬੱਗਾ, ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ। ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਹਦੇ ਵਿੱਚ ਇੱਕ ਔਰਤ ਜਿਹੜੀ ਬਲਦੇਵ ਸਿੰਘ ਮਾਨ ਤੇ ਵੱਡੇ ਦੋਸ਼ ਲਾਉਂਦੀ ਆ। ਉਹਨਾਂ ਦਾ ਕਹਿਣਾ ਸੀ ਕਿ ਉਹ ਨੌਜਵਾਨ ਬਲਦੇਵ ਸਿੰਘ ਮਾਨ ਜੋ ਪਿੰਡ ਦੀਆਂ ਔਰਤਾਂ ਨਾਲ ਜੋ ਜੰਗਲ ਪਾਣੀ ਜਾਂਦੀਆਂ ਸੀ ਉਹਨਾਂ ਨਾਲ ਰੇਪ ਕਰਦਾ ਸੀ, ਔਰ ਬਹੁਤ ਸਾਰੇ ਲੋਕਾਂ ਨੇ, ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਰੋਕਿਆ। ਜਦੋਂ ਉਹਨਾਂ ਦਾ ਵਿਰੋਧ ਕੀਤਾ ਇਹਨਾਂ ਘਟਨਾਵਾਂ ਦਾ ਪੰਚਾਇਤ ਦੇ ਵਿੱਚ ਖੜਾ ਕੇ, ਤਾਂ ਉਹਨਾਂ ਨੇ ਪੁਲਿਸ ਨਾਲ ਮਿਲ ਕੇ ਉਹਨਾਂ ਨੌਜਵਾਨਾਂ ਨੂੰ ਮਰਵਾ ਦਿੱਤਾ, ਕਤਲ ਕਰਵਾ ਦਿੱਤਾ। ਬਹੁਤ ਸਾਰੇ ਹੋਰ ਵੀ ਦੋਸ਼ ਲੱਗੇ ਆ ਵੀ ਪੁਲਿਸ ਦਾ ਟੌਟ ਸੀ, ਕਿਉਂਕਿ ਜਿਹੜਾ 90 ਦਾ ਦੌਰ ਆ ਜਾਂ 80 ਦਾ ਦੌਰ ਆ, ਉਸ ਦੌਰ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਕਾਲੀ ਹਨੇਰੀ ਚੱਲਦੀ ਆ। ਕੁਛ ਅਲੱਗ ਸੋਚ ਰੱਖਣ ਵਾਲੇ ਲੋਕ ਜਿਹੜੇ ਸਮਝਦੇ ਸੀ ਵੀ ਪੰਜਾਬ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਆ, ਜਾਂ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਜਿਹੜੀ ਆਵਾਜ਼, ਖਾਲਿਸਤਾਨ ਦਾ ਰਾਜ ਲੈ ਕੇ ਆਉਣਾ ਚਾਹੁੰਦੇ ਸੀ, ਉਹਨਾਂ ਲੋਕਾਂ ਵੱਲੋਂ ਬਾਅਦ ਵਿੱਚ ਬਲਦੇਵ ਸਿੰਘ ਮਾਨ ਦਾ ਕਤਲ ਵੀ ਕੀਤਾ ਜਾਂਦਾ। ਔਰ ਅਸੀਂ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ, ਬਲਦੇਵ ਸਿੰਘ ਮਾਨ ਦੀ ਬੇਟੀ ਆ, ਉਹਨਾਂ ਬਾਰੇ ਵੀ ਬਹੁਤ ਸਾਰਾ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਕਮੈਂਟਬਾਜ਼ੀ ਹੁੰਦੀ ਆ, ਗਾਲਾਂ ਵੀ ਕੱਢੀਆਂ ਜਾਂਦੀਆਂ ਨੇ ਉਹਨਾਂ ਨੂੰ, ਤੇ ਉਹਨਾਂ ਦੀ ਜਾਣਕਾਰੀ ਲਈ ਅਸੀਂ ਅੱਜ ਪਿੰਡ 'ਚ ਪਹੁੰਚੇ ਹਾਂ ਵੀ ਸੱਚ ਤੱਕ ਪਹੁੰਚਿਆ ਜਾਵੇ, ਸੱਚ ਕੀ ਆ। ਪਿੰਡ ਦੇ ਸ਼ੁਰੂ ਦੇ ਵਿੱਚ ਬਲਦੇਵ ਸਿੰਘ ਮਾਨ ਦੇ ਨਾਮ ਦੇ ਉੱਤੇ ਰੋਡ ਬਣਾਈ ਗਈ ਆ, ਔਰ ਇੱਕ ਗੇਟ ਬਣਾਇਆ ਗਿਆ ਵੱਡਾ, ਜਿਹੜਾ ਬਲਦੇਵ ਸਿੰਘ ਮਾਨ ਦੇ ਨਾਮ ਦੇ ਉੱਤੇ ਬਣਿਆ ਹੋਇਆ। ਅਸੀਂ ਪਿੰਡ 'ਚ ਪਹੁੰਚੇ ਕਿ ਸੱਚ ਜਾਣਿਆ ਜਾਵੇ, ਸੱਚ ਕੀ ਆ, ਕਿ ਵਾਕਈ ਬਲਦੇਵ ਸਿੰਘ ਮਾਨ ਇੰਨਾ ਗਿਰਿਆ ਹੋਇਆ ਇਨਸਾਨ ਸੀ ਕਿ ਉਹ ਪਿੰਡ ਦੀਆਂ ਔਰਤਾਂ ਨਾਲ ਰੇਪ ਕਰ ਦਿੰਦਾ ਸੀ, ਕਿ ਬਾਕੀ ਬਲਦੇਵ ਸਿੰਘ ਮਾਨ ਇੱਦਾਂ ਦਾ ਇਨਸਾਨ ਸੀ ਕਿ ਪੁਲਿਸ ਨਾਲ ਮਿਲ ਕੇ ਟੌਟਗਿਰੀ ਕਰਕੇ ਉਹ ਪਿੰਡ ਦੇ ਨੌਜਵਾਨਾਂ ਦਾ ਕਤਲ ਕਰਵਾਉਂਦਾ ਸੀ। ਇਹ ਵੱਡੇ ਸਵਾਲ ਨੇ, ਵੱਡੇ ਦੋਸ਼ ਨੇ ਜਿਹੜੇ ਲਾਏ ਗਏ ਹੈਗੇ। ਤੇ ਪਿੰਡ ਦੇ ਉਹੀ ਪੰਚਾਇਤ, ਜਿਹੜੀ ਪੰਚਾਇਤ ਦੀ ਗੱਲ ਉਸ ਵੀਡੀਓ 'ਚ ਕੀਤੀ ਗਈ ਆ ਕਿ ਪੰਚਾਇਤ ਦੇ ਵਿੱਚ ਉਹਨੂੰ ਬਹੁਤ ਵਾਰ ਸਮਝਾਇਆ ਗਿਆ। ਆਪਾਂ ਪਿੰਡ ਦੇ ਮੋਹਤਬਾਰ ਬੰਦਿਆਂ ਨਾਲ ਗੱਲ ਕਰਾਂਗੇ ਜਿਹੜੇ ਕੁਛ ਉਹਨਾਂ ਦੇ ਸਮੇਂ ਦੇ ਵਿੱਚ ਵੀ ਰਹੇ ਆ, ਹਾਲਾਂਕਿ ਰਾਜਨੀਤਿਕ ਤੌਰ 'ਤੇ ਕੁਛ ਅਕਾਲੀ ਪਾਰਟੀ ਨਾਲ ਵੀ ਸੰਬੰਧਿਤ ਹੋ ਸਕਦੇ ਆ, ਕੋਈ ਕਾਂਗਰਸ ਨਾਲ ਵੀ ਸੰਬੰਧਿਤ ਹੋ ਸਕਦੇ ਆ, ਪਰ ਫਿਰ ਵੀ ਆਪਾਂ ਉਹਨਾਂ ਸਾਰਿਆਂ ਨਾਲ ਗੱਲ ਕਰਾਂਗੇ ਵੀ ਸੱਚਾਈ ਕੀ ਆ, ਵੀ ਜੋ ਦੋਸ਼ ਲਾਏ ਗਏ ਉਹ ਕਿੰਨੇ ਕੁ ਸੱਚ ਨੇ। ਸਤਿ ਸ਼੍ਰੀ ਅਕਾਲ ਜੀ।
ਸਰ ਆਪਣਾ ਨਾਮ ਕੀ ਹੈ ਜੀ? ਕਰਮਜੀਤ ਸਿੰਘ। ਕਰਮਜੀਤ ਜੀ, ਇੱਕ ਸੋਸ਼ਲ ਮੀਡੀਆ ਤੇ ਤੁਸੀਂ ਵੀਡੀਓ ਦੇਖੀ ਹੋਣੀ ਆ ਕਿ ਵੱਡੇ ਦੋਸ਼ ਲੱਗੇ ਆ ਬਲਦੇਵ ਸਿੰਘ ਮਾਨ ਜੀ ਜਿਹੜੇ ਤੁਹਾਡੇ ਪਿੰਡ ਤੋਂ ਸੀ। ਪਹਿਲਾਂ ਅਸੀਂ ਜਾਣਨਾ ਚਾਹਾਂਗੇ ਬਲਦੇਵ ਸਿੰਘ ਮਾਨ ਜੀ ਕੌਣ ਸਨ, ਉਹਨਾਂ ਦਾ ਕੀ ਵਿਅਕਤੀਤਵ ਸੀ ਪਿੰਡ ਦੇ ਵਿੱਚ? ਉਹ ਬਹੁਤ ਵਧੀਆ ਇਨਸਾਨ ਸੀ ਵੀ, ਕਾਮਰੇਡ ਹੈਗੇ ਖਿਆਲਾਂ ਦੇ ਸੀ, ਨਾ ਕੋਈ ਗਲਤ ਕੰਮ ਕਰਦੇ ਸੀ, ਨਾ ਗਲਤ ਵਾਲੇ ਨੂੰ ਨਾ ਲਾਗੇ ਲਾਉਂਦੇ, ਏਡੇ ਵਧੀਆ ਸੀ। ਅਤੇ ਜਿਹੜੇ ਆਂਦੇ ਵੀ ਉਦੋਂ ਕੋਈ ਜੇ ਨਾ ਹੈ ਸਾਡੇ ਇਲਾਕੇ 'ਚ ਕੋਈ ਮੁਕਾਬਲਾ ਹੋਇਆ, ਨਾ ਕੋਈ ਜਵਾਨ ਸ਼ਹੀਦ ਹੋਇਆ ਜਿਹੜਾ ਪਿਆ ਦੇ ਵੀ ਨੌਜਵਾਨ ਜਿਹੜੇ ਹੈਗੇ ਸ਼ਹੀਦ ਹੋਏ ਸਿੱਖ, ਕੋਈ ਨਹੀਂ ਉਹ ਵੇਲੇ ਆ 86 ਦਾ ਕੋਈ ਇਸ ਇਲਾਕੇ 'ਚ ਕੋਈ ਮੁਕਾਬਲਾ ਹੀ ਨਹੀਂ ਹੋਇਆ। ਜਿਹੜੇ ਆਂਦੇ ਵੀ ਸ਼ਹੀਦ ਕਰਾਤਾ, ਜਿਹੜੇ ਆਂਦੇ ਬਲਾਤਕਾਰ ਕਰਦੇ, ਇਹ ਤਾਂ ਝੂਠੇ ਇਲਜ਼ਾਮ ਜਿਹੜੇ ਉਹਦੀ ਜੁੱਤੀ ਵਰਗੇ ਵੀ ਨਹੀਂ ਲੋਕ ਜਿਹੜੇ ਵੀ ਆ ਖੜੇ ਆ। ਉਦੋਂ ਇਹ ਜੰਮੇ ਵੀ ਨਹੀਂ, ਉਦੋਂ ਕੋਈ ਇਹੋ ਜਿਹਾ ਦਾਂ ਇਲਾਕੇ 'ਚ ਕੋਈ ਮੁਕਾਬਲਾ ਸੀ, ਨਾ ਕੋਈ ਗੱਲ ਸੀ। ਇਹ ਆਂਦੇ ਸਿੰਘਾਂ ਨਾਲ ਉਦੋਂ ਵੇਖੋ ਸੋਢੀ ਹੋਣੀ, ਲਾਭ ਸੋਹਣੀ, ਜਿਹੜੇ ਕਿ ਸੁਖਦੇਵ ਸਿੰਘ ਹੋਣੀ, ਮਹਿਲ ਸਿੰਘ ਹੋਣੀ, ਸਾਰੇ ਮੇਰੇ ਨਾਲ ਰਹੇ ਨੇ। ਸਾਰਿਆਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ। ਮੈਂ ਦਰਬਾਰ ਸਾਹਿਬ ਵੀ ਰਿਹਾ 5 ਸਾਲ, ਮੈਂ ਜੋਧਪੁਰ ਜੇਲ੍ਹ ਵੀ ਕੱਟੀ ਆ। ਜਿੰਦੇ ਸੁੱਖੇ ਨਹੀਂ ਸਾਡੇ ਨਾਲ ਰਹੇ ਨੇ ਸਾਰੇ, ਜਿਹੜੇ ਵਿਦਿਆਲੇ ਵੀ ਆ। ਕੋਈ ਇਹੋ ਜਿਹਾ ਦਾਂ ਦਾ ਕੀਤਾ, ਨਾ ਕੋਈ ਧੱਕਾ ਕੀਤਾ, ਨਾ ਜਿਹੜੇ ਐਵੇਂ ਝੂਠੇ ਜਿਹੜੇ ਕਰਦੇ ਆ ਨਾ, ਇਹ ਜਾਣ ਕੇ ਗੰਦੀ ਰਾਜਨੀਤੀ ਇਹਨਾਂ ਲੋਕਾਂ ਨੂੰ ਕੀ ਪਤਾ ਕੀ ਹੋਏਗਾ ਅਤੇ ਕੀ ਨਹੀਂ ਹੋਇਆ ਉੱਥੇ ਮੋਰਚੇ 'ਚ। ਝੂਠ ਹੀ ਪ੍ਰਚਾਰ ਕਰੀ ਜਾਣਾ। ਮੇਰੇ ਨਾਲ 365 ਬੰਦੇ ਰਹੇ ਜੋਧਪੁਰ 'ਚ, ਕੋਈ ਇੱਕ ਬੰਦਾ ਦੱਸਦੇ ਪਿਆ ਗੱਲ ਗਲਤ ਕਿਤੇ ਕੀਤੀ ਜਾਵੇ। ਆਪਣੇ ਨਾਲ ਨੇ ਤੇਜਵੀਰ ਸਿੰਘ ਜੋ ਸਰਪੰਚ ਨੇ ਇਸ ਪਿੰਡ ਦੇ, ਬੱਗਾ ਪਿੰਡ ਦੇ, ਉਹਨਾਂ ਨਾਲ ਵੀ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਰ, ਬਲਦੇਵ ਸਿੰਘ ਮਾਨ ਜੀ ਤੇ ਕੁਝ ਦੋਸ਼ ਲੱਗੇ, ਉਹਦੀ ਸੱਚਾਈ ਕੀ ਹੈ ਜੀ? ਗੱਲ ਇਹ ਆ, ਵੇਖੋ ਉਹ ਜਿਹੋ ਜਿਹਾ ਉਹ ਇਨਸਾਨ ਸੀ ਨਾ, ਉਹੋ ਜਿਹਾ ਇਨਸਾਨ ਪੈਦਾ ਹੋਣਾ ਹੀ ਔਖੀ ਗੱਲ ਹੈ। ਇਹ ਨਕੰਮਿਆਂ ਬੰਦਿਆਂ ਦਾ ਤੇ ਘਟੀਆ ਬੰਦਿਆਂ ਦਾ ਕੰਮ ਆ, ਘਟੀਆ ਰਾਜਨੀਤੀ। ਉਹ ਲੋਕਾਂ ਦਾ ਲੀਡਰ ਸੀ, 2 ਵਾਰਾਂ ਇਸ ਪਿੰਡ ਦਾ ਸਰਪੰਚ ਰਿਹਾ। 10,000 ਦੀ ਆਬਾਦੀ ਹੈ ਸਾਡੇ ਪਿੰਡ ਦੀ ਹੁਣ, ਵਿਦਆਊਟ ਇਲੈਕਸ਼ਨ। ਮਤਲਬ ਸਾਰੇ ਪਿੰਡ ਨੇ ਉਹਨੂੰ ਬਿਨਾਂ ਇਲੈਕਸ਼ਨ ਸਰਪੰਚ ਬਣਿਆ 2 ਵਾਰਾਂ ਟਿਲ ਡੈਥ। ਉਸ ਤੋਂ ਬਾਅਦ ਮੁੜ ਕੇ ਜਿਹੜੇ ਉਹਦੇ ਡੈਡੀ ਸੀ ਬਾਪੂ ਜੀ, ਉਹ ਸਰਪੰਚ ਰਹੇ ਨੇ। ਉਹ ਲੋਕਾਂ ਦਾ ਲੀਡਰ ਸੀ। ਉਹ ਇਹੋ ਜਿਹਾ ਬੰਦਾ ਸੀ ਵੀ ਸਾਰੀ ਦਿਹਾੜੀ ਮੇਰਾ ਖਿਆਲ ਕਈ ਵਾਰ ਭੁੱਖਣ ਭਾਣਾ ਹੀ ਮੋਢੇ 'ਤੇ ਝੋਲਾ ਪਾ ਕੇ ਅਤੇ ਲੋਕਾਂ ਦੇ ਨਾਲ ਲੋਕਾਂ ਦੇ ਕੰਮੀ ਕਾਰੀ ਤੁਰਿਆ ਫਿਰਦਾ ਰਿਹਾ। ਅਤੇ ਜਿਹੜਾ ਕਹਿੰਦੇ ਆ ਨਾ ਵੀ ਰੇਪ ਵਾਲੀ ਗੱਲ, ਉਹ ਤਾਂ ਭਾਜੀ ਇਹ ਆ ਵੀ ਜੇ ਕੋਈ ਇਹੋ ਜਿਹੀ ਗੱਲ ਹੋਵੇ ਨਾ ਤੇ ਲੱਖ ਤੇ ਕਰੋੜ ਲਾਹਣ ਤੇ ਇਹੋ ਜਿਹੇ ਬੰਦਿਆਂ ਨੂੰ, ਜਿਹੜੇ ਘਟੀਆ ਬੰਦੇ ਇਹੋ ਜਿਹੀ ਘਟੀਆ ਰਾਜਨੀਤੀ ਕਰਦੇ ਆ। ਉਹ ਇੱਕ ਇਹੋ ਜਿਹਾ ਇਨਸਾਨ ਸੀ। ਜਦੋਂ ਉਹ ਸਰਪੰਚ ਸੀ ਨਾ, ਅਸੀਂ ਸਾਨੂੰ ਵੀ ਸੁਰਤਿਆ ਸੰਭਾਲਿਆ ਸਾਨੂੰ। ਮੈਂ ਮੇਰਾ ਖਿਆਲ 8ਵੀਂ 9ਵੀਂ 'ਚ ਪੜ੍ਹਦਾ ਹੂੰ ਜਾਂ 7ਵੀਂ 'ਚ ਹੋਊਗਾ, ਇੰਨਾ ਕੁ। ਇੱਥੇ ਸਾਡੇ ਪਿੰਡ ਇੱਕ ਇਹੋ ਜਿਹੀ ਕਾਰਵਾਈ ਹੋਈ, ਕੋਈ ਬੀਬੀ ਸੀ ਅਤੇ ਉਹ ਬਾਹਰ ਦੇ ਪਿੰਡ ਤੋਂ ਆਣ ਕੇ ਕਿਸੇ ਬੰਦੇ ਨੇ ਉਹਦੇ ਨਾਲ ਮਤਲਬ ਕੋਈ ਹੈਗੀ ਸੀ ਉਹਦੀ ਇੰਟੀਮੇਸੀ। ਉਹ ਇਹੋ ਜਿਹਾ ਬੰਦਾ ਸੀ, ਉਹ ਡੰਡਾ ਫੜ ਕੇ ਅਤੇ ਖੋਤੇ ਦੇ ਉੱਤੇ ਚੜ੍ਹਾ ਕੇ ਮੂੰਹ ਕਾਲਾ ਕਰਕੇ ਸਾਰੇ ਪਿੰਡ 'ਚ ਫੇਰ ਕੇ ਅਤੇ ਫਿਰ ਉਹਨੇ ਪਿੰਡੋਂ ਕੱਢਿਆ ਵੀ ਇੱਥੇ ਪਿੰਡ ਨਹੀਂ ਮੈਂ ਤੁਹਾਨੂੰ ਰਹਿਣ ਦੇਣਾ। ਉਹ ਇੱਕ ਇਹੋ ਜਿਹਾ ਵਾਦ ਇਨਸਾਨ ਸੀ। 2 ਵਾਰਾਂ MLA ਦੀ ਇਲੈਕਸ਼ਨ ਲੜਿਆ ਉਹ, 2 ਵਾਰਾਂ। ਚਲੋ ਉਦੋਂ ਮਾਹੌਲ ਇਹੋ ਜਿਹਾ ਸੀ, ਮਤਲਬ ਜ਼ਿਆਦਾ ਖਾੜਕੂਵਾਦ ਦਾ, ਮਤਲਬ ਜਦੋਂ 84 ਤੋਂ ਬਾਅਦ ਦੇ ਵਿੱਚ, ਮਤਲਬ 84 ਦੇ ਕਰਕੇ ਵੀ ਥੋੜ੍ਹਾ ਜਿਹਾ ਕਾਮਰੇਡ ਵਿਚਾਰਧਾਰਾ ਨੂੰ ਬਿਲੋਂਗ ਕਰਦਾ ਸੀ ਉਹ। ਆ ਕਿਰਤੀ ਕਿਸਾਨ ਯੂਨੀਅਨ ਜਿਹੜੀ ਆ ਸਾਰੀ ਉਹਨੇ ਆਪਣੇ ਹੱਥੀਂ ਖੜੀ ਕੀਤੀ ਹੈ। ਅਤੇ ਇੱਕ ਵਾਰ ਮੇਰਾ ਖਿਆਲ ਹੈ ਵੀ ਅਸੀਂ ਉਹਦੇ ਨਾਲ ਕਿਤੇ ਦਿੱਲੀ, ਕਦੀ ਚੰਡੀਗੜ੍ਹ, 200 ਟਰੱਕ ਲੱਦ ਕੇ ਬੰਦਿਆਂ ਦਾ, ਸਾਰੇ ਇਲਾਕੇ 'ਚ ਉਹਦਾ ਇੰਨਾ ਮਾਣ ਸਤਿਕਾਰ ਅਤੇ ਇੱਜ਼ਤ ਸੀ ਉਸ ਬੰਦੇ ਦੀ, ਬਹੁਤ ਘੱਟ ਬੰਦਿਆਂ ਨੂੰ ਨਸੀਬ ਹੋਈ ਉਹ। ਬਾਕੀ ਇਹ ਆ ਵੀ ਕਿਤੇ ਵੀ ਆ, ਉਹ ਪਿੰਡ ਆ ਨਾ, ਉਹ ਇਸ ਪਿੰਡ ਤੋਂ ਬੁਲਾਦਾ ਲਾਗੇ ਚਾਗੇ 100 ਪਿੰਡ 'ਚ ਜੇ ਕੋਈ ਬੰਦਾ ਇਹ ਗੱਲ ਸਾਬਤ ਕਰਦੇ ਜਿਹੜੇ ਉੱਤੇ ਇਲਜ਼ਾਮ ਲੱਗੇ ਆ, ਅਤੇ ਜਾਓ ਜੋ ਮਰਜ਼ੀ ਸਜ਼ਾ ਮੈਨੂੰ ਦੇ ਦਿਓ। ਜੇ ਇਹ ਗੱਲ 'ਚ ਕੋਈ ਰਤਾ ਭਰ ਵੀ 0.00001% ਵੀ ਸੱਚਾਈ ਹੋਵੇ। ਇਹ ਤੇਜਵੀਰ ਜੀ, ਜਿਹੜੇ ਲੋਕ ਸਵਾਲ ਕਰ ਰਹੇ ਆ, ਤੁਹਾਨੂੰ ਕੀ ਲੱਗਦਾ ਵੀ ਸਿੱਖੀ ਬਾਣਾ ਆ, ਸਿੱਖ ਧਰਮ ਤਾਂ ਕਦੇ ਵੀ ਝੂਠ ਬੋਲਣ ਦੀ ਇਜਾਜ਼ਤ ਨਹੀਂ ਦਿੰਦਾ। ਸਿੱਖ ਧਰਮ ਆ ਜਿਹੜਾ, ਉਹ ਲੋਕਾਂ ਦੇ ਹੱਕਾਂ ਲਈ ਲੜਨਾ ਸਿਖਾਉਂਦਾ, ਖੜਨਾ ਸਿਖਾਉਂਦਾ, ਅਤੇ ਉਹ ਸਿੱਖੀ ਬਾਣੇ ਦੇ ਵਿੱਚ ਨੇ ਲੋਕ। ਕੀ ਉਹਨਾਂ ਦਾ ਸਿੱਖੀ ਨਾਲ ਕੋਈ ਸੰਬੰਧ ਹੈ, ਜਾਂ ਉਹ ਕੌਣ ਲੋਕ ਜਿਹੜੇ ਇਹ ਦੋਸ਼ ਲਾਉਂਦੇ ਆ, ਉਹ ਲੋਕ ਕੌਣ ਲੋਕ ਹੋ ਸਕਦੇ ਆ ਤੁਹਾਡੇ? ਜਿਹੜੇ ਘਟੀਆ ਬੰਦੇ ਆ, ਘਟੀਆ ਰਾਜਨੀਤੀ ਕਰ ਰਹੇ, ਕੀ ਅਸੀਂ ਨਹੀਂ ਸਿੱਖ? ਮਤਲਬ ਇਹ ਜਿਹੜੇ ਬੰਦੇ ਨੇ, ਇਹ ਸਾਰਾ ਇੱਕ ਜਿਹੜਾ ਸੰਘਰਸ਼ ਸਾਡਾ ਚੱਲ ਰਿਹਾ ਨਾ ਦਿੱਲੀ, ਉਹਨੂੰ ਤਾਰ ਪੀੜੋ ਕਰਨ ਲਈ ਇਹੋ ਜਿਹੇ ਜਿਹੜੇ ਚਵਲ ਬੰਦੇ ਨੇ ਇਹ ਕੁੱਤਪਣਾ ਕਰ ਰਹੇ ਨੇ। ਬਾਕੀ ਗੱਲ ਕੁਛ ਨਹੀਂ। ਇਹ ਸਾਡੇ ਨਾਲੋਂ ਜ਼ਿਆਦਾ ਸਿੱਖ ਨੇ, ਅਸੀਂ ਨਹੀਂ ਸਿੱਖ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਇਹਨਾਂ ਨੂੰ ਜ਼ਿਆਦਾ ਮੰਨਦੇ ਹਾਂ। ਜਿੱਦਣ ਦਾ ਮੋਰਚਾ ਲੱਗਾ ਸਾਡੇ ਪਿੰਡ ਤੋਂ ਸਾਰਿਆਂ ਤੋਂ ਪਹਿਲਾਂ ਇੱਥੇ ਆਪਣਾ ਕਿਹੜਾ ਚਾਚਾ ਜੀ TV ਚੈਨਲ ਜਿਹੜਾ ਲੜਾਇਆ ਇੱਥੇ, ਨੈਸ਼ਨਲ TV ਆ ਆਪਣਾ ਇੰਗਲਿਸ਼,
ਸਾਰਿਆਂ ਤੋਂ ਪਹਿਲਾਂ ਅਸੀਂ ਇੱਥੋਂ ਸ਼ੁਰੂ ਕੀਤਾ ਵੀ ਮਤਲਬ ਜਿਹੜੀਆਂ ਉੱਥੇ ਪੱਕੇ ਜਿਹੜੇ ਬੰਦੇ ਜਾਣ, ਹੁਣ ਵੀ ਸਾਡੇ ਅੱਜ ਵੀ 16 ਬੰਦੇ ਉੱਥੇ ਬੈਠੇ ਨੇ, ਮਤਲਬ 30 ਤਰੀਕ ਨੂੰ ਗਏ ਆ, ਵਾਪਸ ਆਏ ਆ। ਅਸੀਂ 26 ਤਰੀਕ ਤੋਂ ਬਾਅਦ ਉਦੋਂ ਦੇ ਉੱਥੇ ਬੈਠੇ ਆ। 2 ਸਾਡੀਆਂ ਟਰਾਲੀਆਂ ਨੇ, ਇੱਕ ਸਾਡਾ ਉੱਥੇ ਟਰੈਕਟਰ ਆ, ਇੱਕ ਤੰਬੂ ਲਾਇਆ, ਇੱਕ ਨਾਲ ਅਸੀਂ ਉੱਥੇ ਬਣਾਈ ਆ, ਮਤਲਬ ਛੰਨ ਬਣਾਈ ਆ, ਮਾਸ ਮੂਸ ਲਾ ਕੇ ਪੱਕੇ ਬੈਠੇ ਆ। ਸਾਰਾ ਮਤਲਬ ਜਿਹੜਾ ਨਾ ਸੰਘਰਸ਼ ਅਸੀਂ ਇਹਨਾਂ ਨੂੰ ਵੱਧ ਘੱਟ ਨਹੀਂ ਲੜਦੇ, ਸਾਰੇ ਲੋਕ ਲੜ ਰਹੇ ਆ। ਕੋਈ ਰਾਜਨੀਤਿਕ ਧਿਰ ਲੱਗਦੀ ਆ ਉਹਨਾਂ ਦੇ ਪਿੱਛੇ ਤੁਹਾਨੂੰ, ਜਾਂ ਕੌਣ ਲੋਕ ਹੁਣ ਮੈਨੂੰ ਤਾਂ ਸਮਝ ਨਹੀਂ ਆਉਂਦੀ ਭਾਜੀ, ਇਹੋ ਜਿਹੀ ਗੱਲ ਤੇ ਕਰਨੀ ਨਹੀਂ ਚਾਹੀਦੀ। ਇੱਕ ਬੰਦਾ 86 ਜਿਹਦੀ ਡੈਥ ਹੋ ਗਈ ਆ, ਜਿਹਦੇ ਬਾਰੇ ਕਿਸੇ ਨੂੰ ਕੋਈ ABC ਪਤਾ ਨਹੀਂ ਵੀ ਉਹ ਕੌਣ ਸੀ। ਐਵੇਂ ਸੋਸ਼ਲ ਮੀਡੀਆ ਦੇ ਝੂਠਾ ਘਟੀਆ ਪ੍ਰਚਾਰ, ਕੂੜ ਪ੍ਰਚਾਰ, ਇਸ ਗੱਲ ਦਾ ਕੋਈ ਜਿਹੜੇ ਪ੍ਰਚਾਰ ਕਰ ਰਹੇ ਉਹ 22-24 ਸਾਲ ਦੇ ਮੁੰਡੇ ਆ, ਉਹਨਾਂ ਨੂੰ ਪਤਾ ਹੀ ਨਹੀਂ ਵੀ ਉਹ ਕੌਣ ਸੀ। ਵੀ ਨਹੀਂ ਸੀ। ਹਾਂਜੀ ਸਰ, ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਸਰਦਾਰ ਗੁਰਨਾਮ ਸਿੰਘ। ਤੁਸੀਂ ਪਿੰਡ ਦੇ ਰਹਿਣ ਵਾਲੇ ਇੱਥੇ? ਮੈਂ ਮੈਂਬਰ ਪੰਚਾਇਤ ਹਾਂ ਜੀ। ਅੱਛਾ ਜੀ। ਬਲਦੇਵ ਸਿੰਘ ਮਾਨ ਜੀ ਨੂੰ ਤੁਸੀਂ ਜਾਣਦੇ ਸੀ ਪ੍ਰੋਪਰ? ਤਰ੍ਹਾਂ ਜੀ ਸਾਡੇ ਵੱਡੇ ਬ੍ਰਦਰ ਸੀ, ਤੇ ਉਸ ਜਦੋਂ ਦੀ ਡੈਥ ਹੁੰਦੀ ਉਹਦੇ ਮੇਰੇ 25 ਸਾਲ ਦੀ ਏਜ ਸੀ। ਅੱਛਾ। ਉਹ 2 ਵਾਰਾਂ ਉਹਨੂੰ ਆਪਾਂ ਸਰਪੰਚ ਸਾਹਿਬ ਬਣਾਇਆ ਸਰਬਸੰਮਤੀ ਨਾਲ। ਸਾਡੇ ਪਿੰਡ 'ਚ ਉਹਨਾਂ ਚਿਰ ਪੁਲਿਸ ਨਹੀਂ ਬੜੀ, ਐਡੇ ਵਧੀਆ ਇਨਸਾਨ ਸੀ, ਆਪਣੀ ਜੇਬ 'ਚੋਂ ਖਰਚਾ ਕਰਕੇ ਕਿਸੇ ਬੰਦੇ ਦਾ ਕੰਮ ਜਾ ਕੇ ਕਰਾਉਂਦੇ ਸੀ। ਤੇ ਆਹ ਜਿਹੜੇ ਲੋਕ ਇਹ ਉੱਤੇ ਇਲਜ਼ਾਮ ਲਾਏ, ਬਿਲਕੁਲ ਝੂਠ ਤੇ ਬੇਬੁਨਿਆਦ ਆ। ਇਹੋ ਜਿਹਾ ਇਨਸਾਨ ਗਾਂ ਪੈਦਾ ਨਹੀਂ ਹੋ ਸਕਦਾ ਜਿਹੋ ਜਿਹਾ ਇਨਸਾਨ ਸੀ। ਤੇ ਨਹੀਂ, ਪੁਲਿਸ ਤੁਸੀਂ ਕਹਿ ਰਹੇ ਪੁਲਿਸ ਵੜ ਨਹੀਂ ਸੀ ਸਕਦੀ, ਇਹ ਮਤਲਬ ਆਪ ਹੀ ਬਹਿ ਕੇ ਪਿੰਡ 'ਚ ਫੈਸਲਾ ਨਿਬੇੜ ਦਿੰਦਾ ਸੀ। ਇਹ ਨਹੀਂ ਸੀ ਵੀ ਕੋਈ ਜ਼ਬਰਦਸਤੀ ਕਰਦੇ ਸੀ, ਜ਼ਬਰਦਸਤੀ ਨੇ ਕਾਨੂੰਨ ਮਤਲਬ ਬਹਾ ਕੇ ਸਾਰੇ ਪਰਿਵਾਰ ਨੂੰ ਬਹਾ ਕੇ ਨਿਬੇੜ ਦਿੰਦੇ ਸੀ ਗੱਲ ਵੀ ਆਪਾਂ ਪੁਲਿਸ ਕੋ ਨਹੀਂ ਜਾਣਾ। ਮਤਲਬ ਇਹੋ ਜਿਹੀ ਉਹਨਾਂ ਦੀ ਸੋਚ ਸੀ। ਹਾਂ, ਜਿਹੜੇ ਉਹਨਾਂ ਦੇ ਪੁਲਿਸ ਦੇ ਟੌਟ ਦੇ ਉਹਨਾਂ ਨੇ ਦੋਸ਼ ਲਾਏ ਆ, ਉਹਦੇ ਵਿੱਚ ਕੀ? ਬਿਲਕੁਲ ਝੂਠ ਆ ਜੀ। ਉਹ ਤੇ ਜਾ ਕੇ ਇੰਨੀ ਉਹਨਾਂ ਦੀ ਪੜ੍ਹਾਈ ਸੀ, ਜਾ ਕੇ SHO ਨੂੰ ਕਿਸੇ ਨਾਲ ਵੀ ਜਾ ਕੇ ਗੱਲ ਕਰਦੇ ਸੀ। ਉਹ ਇਨਸਾਨ ਜੇ ਕੋ ਪੜ੍ਹ ਲਿਆ ਵੀ ਬੰਦਾ ਬਹੁਤ ਪੜ੍ਹਿਆ ਲਿਖਿਆ ਹੈ, ਇਸ ਤਰੀਕੇ ਨਾਲ ਉਹਨੂੰ ਗੱਲ ਕਰਨਾ ਪਤਾ ਸੀ। जो दोष लाए जा रहे हैं ना, बिल्कुल बेबुनियाद और सरासर गलत ने। साडे पिंड दे बड़ा वड्डा दाग है इस गल दा। एडे बंदे वड्डे दे उत्ते दाग लाउणा चंद्रमा नूं थुੱਕਣ वाली गल है। ਕਿਸਾਨ ਸੰਘਰਸ਼ ਨਾਲ ਜੋੜ ਕੇ ਵੀ ਤੁਸੀਂ ਦੇਖਦੇ ਹੋ ਵੀ ਜਿਹੜਾ ਕਿਸਾਨ ਸੰਘਰਸ਼ ਚੱਲ ਰਿਹਾ, ਹਾਂਜੀ, ਤੇ ਪਹਿਲਾਂ ਵੀ ਬਹੁਤ ਸਾਰੇ ਲੋਕਾਂ ਨੇ ਦੋਸ਼ ਲਾਇਆ ਕਿ BJP ਦਾ IT ਸੈੱਲ ਸਰਗਰਮ ਹੈ, ਜਿਹੜਾ ਜਿਵੇਂ ਸੋਨੀਆ ਮਾਨ ਤੁਹਾਡੇ ਪਿੰਡ ਤੋਂ ਹੀ ਬੇਟੀ ਆ ਤੁਹਾਡੇ ਪਿੰਡ ਦੀ, ਉਹਨਾਂ ਦੀ ਫੋਟੋਜ਼ ਦੇ ਥੱਲੇ, ID ਥੱਲੇ ਬਹੁਤ ਜ਼ਿਆਦਾ ਗਾਲਾਂ ਕੱਢੀਆਂ ਜਾਂਦੀਆਂ ਨੇਗੀਆਂ, ਗਾਲਾਂ ਵੀ ਕੱਢੀਆਂ ਨੇ, ਬਹੁਤ ਘਟੀਆ ਕਮੈਂਟ ਕੀਤੇ ਜਾਂਦੇ ਹੈਗੇ। ਵੀ ਕੁਝ ਲੋਕਾਂ ਨੇ ਕਿਹਾ ਵੀ ਆ, ਜਿਵੇਂ ਰਾਜੇਵਾਲ ਸਾਹਿਬ ਨੇ ਵੀ ਕਿਹਾ ਵੀ BJP ਦਾ IT ਸੈੱਲ ਸਰਗਰਮ ਹੋਇਆ। ਇਸ ਕਿਸਾਨ ਮੋਰਚੇ ਨਾਲ ਜੋੜ ਕੇ ਦੇਖਦੇ ਹੋ ਤੁਹਾਨੂੰ ਲੱਗਦਾ ਵੀ ਇਹੋ ਜਿਹੀਆਂ ਤਾਕਤਾਂ ਦੇ ਪਿੱਛੇ BJP ਦਾ IT ਸੈੱਲ ਹੈ? ਹੋ ਸਕਦਾ ਜੀ, ਬਿਲਕੁਲ ਪੱਕੀ ਗੱਲ। ਇਹ ਬਿਲਕੁਲ ਗੱਲ ਸਹੀ ਆ ਵੀ ਜਿਹੜਾ ਕੋਈ ਇਸ ਬੰਨੇ ਤੁਰਦਾ ਉਹਦੀਆਂ ਲੱਤਾਂ ਖਿੱਚਦੇ ਆ ਵੀ ਇਹ ਕਿਉਂ, ਉਹ ਬੇਟੀ ਬੜੇ ਵਧੀਆ ਢੰਗ ਨਾਲ ਤੁਰੀ ਆ, ਬੜੀ ਲੋਕਾਂ ਦੀ ਸਹਾਇਤਾ ਕਰ ਰਹੀ ਆ, ਉੱਥੇ ਜਾ ਕੇ ਮੋਰਚੇ 'ਚ ਵੀ ਬਹਿੰਦੀ ਆ, ਤੇ ਬੜਾ ਸੰਯੋਗ ਆ ਨਾਲ ਸਹਾਇਤਾ ਵੀ ਕਰਦੀ ਆ। ਤੇ ਇਸ ਵਕਤ ਵੀ ਉੱਥੇ ਮੋਰਚੇ 'ਚ ਬੈਠੀ, ਸਾਡੇ ਗਏ ਨੇ ਬੱਚੇ ਤੇ ਉਹਨਾਂ ਦੇ ਕੋਲ ਆਣ ਕੇ ਬੈਠੀ ਆ। ਹਾਂਜੀ ਬਜ਼ੁਰਗ, ਤੁਸੀਂ ਬਲਦੇਵ ਸਿੰਘ ਮਾਨ ਜੀ ਬਾਰੇ ਕੁਝ ਕਹਿਣਾ ਚਾਹੋਗੇ? ਜ਼ਰੂਰ ਜੀ। ਹਾਂਜੀ। ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਸਾਡੇ ਪਿੰਡ ਦੇ ਸਰਪੰਚ ਬਣੇ ਸੀ, ਉਸ ਤੋਂ ਬਾਅਦ ਜਦੋਂ ਉਹਨਾਂ ਦਾ ਕਤਲ ਕਰ ਦਿੱਤਾ ਗਿਆ, ਅਸੀਂ ਇਹੋ ਆਨੇ ਹਾਂ ਵੀ ਸਾਡੇ ਪਿੰਡ ਦਾ ਐਡਾ ਵੱਡਾ ਨੁਕਸਾਨ ਹੋ ਗਿਆ ਵੀ ਇੱਕ ਹੀਰਾ ਸੀ, ਸਿਰਫ ਇਹ ਨਹੀਂ ਵੀ ਸਾਡੇ ਪਿੰਡ ਦਾ, ਇਹ ਟੋਟਲ ਪੰਜਾਬ ਦਾ, ਖਾਸ ਕਰ ਸਾਡੇ ਅੰਮ੍ਰਿਤਸਰ ਜ਼ਿਲ੍ਹਾ ਤਹਿਸੀਲ ਅਜਨਾਲਾ ਦਾ ਇੱਕ ਹੀਰਾ ਸੀ, ਜਿਹਦੇ ਨਾਲ ਐਡਾ ਵੱਡਾ ਸਾਡਾ ਨੁਕਸਾਨ ਹੋਇਆ ਪਿੰਡ ਦਾ ਕਿ ਜਿਹੜਾ ਅੱਜ ਤੱਕ ਅਸੀਂ ਭਰਪਾਈ ਨਹੀਂ ਉਹਦੀ ਕਰ ਸਕੇ। ਦੂਜੀ ਗੱਲ ਇਹ ਆ ਵੀ ਜੇ ਅੱਜ ਉਹਨਾਂ ਦੀ ਬੇਟੀ ਸਾਡੇ ਪਿੰਡ ਦਾ ਕੋਈ ਨਾਂ ਰੋਸ਼ਨ ਕਰ ਲਈਏ ਤੇ ਸਾਨੂੰ ਨਹੀਂ ਪਤਾ ਕਿਹੋ ਜਿਹਾ ਗਲਤ ਅਨਸਰ ਆ ਵੀ ਜਿਹੜੇ ਇਹ ਕਰਤੂਤਾਂ ਕਰਨ ਦੇ ਆ। ਸਾਨੂੰ ਇਹ ਕਮੈਂਟ ਵੇਖ ਕੇ ਚਲੋ ਮੈਂ ਅਸੀਂ ਵੇਖੇ ਵੀ ਨਹੀਂ, ਸੁਣੇ ਆ ਲੋਕਾਂ ਕੋਲੋਂ, ਪਰ ਬੜਾ ਵੱਡਾ ਦੁੱਖ ਆਉਂਦਾ ਹੈ। ਹੁਣ ਸਾਡੀ ਇੱਕ ਟੀਮ, ਮੇਰਾ ਬੇਟਾ ਵੀ ਗਿਆ ਇਸ ਵੇਲੇ ਦਿੱਲੀ, ਉਹ ਕਹਿੰਦੇ ਕਿ 2 ਤਰੀਕ ਨੂੰ ਉਹ ਸਾਡੇ ਕੋਲ ਕੇ ਆਏ ਸੋਨੀਆ ਜੀ, ਆਣ ਕੇ ਇਹਨਾਂ ਦੀ ਦੁੱਖ ਤਕਲੀਫ ਪੁੱਛੀ ਆ, ਬੇਟਾ ਕਿਸੇ ਚੀਜ਼ ਦੀ ਜ਼ਰੂਰਤ ਹੈ ਸਾਨੂੰ ਦੱਸੋ। ਮੈਂ ਇਹ ਕਹਿੰਦਾ ਵੀ ਅਸੀਂ ਤਾਂ 2 ਮਹੀਨੇ ਪਿੱਛੋਂ ਦਿੱਲੀ ਜਾਂਦੇ ਆਪਣੇ ਗਰੁੱਪਾਂ ਦੇ ਹਿਸਾਬ ਨਾਲ। ਧੰਨਿਆ ਉਹ ਲੜਕੀ ਜਿਹੜੀ ਇੱਥੇ ਵੀ ਆਣ ਕੇ ਰੋਲ ਪੂਰਾ ਅਦਾ ਕਰਨ ਦੀ ਆ, ਤੇ ਉੱਥੇ ਵੀ ਕਿਸਾਨ ਸੰਘਰਸ਼ 'ਚ ਵੀ ਇਸ ਵੇਲੇ ਪੂਰਾ ਰੋਲ ਅਦਾ ਕਰਨ ਦੀ ਹੈ। ਜਿਹੜੇ ਕਿ ਆਮ ਜਿਹੜੇ ਇਹੋ ਜਿਹੇ ਅਨਸਰ ਆ ਉਹਨਾਂ ਨੂੰ ਨਹੀਂ ਚੰਗਾ ਲੱਗ ਰਿਹਾ, ਅਸੀਂ ਤੇ ਇਹ ਕਹਾਂਗੇ। ਪਰ ਬਲਦੇਵ ਸਿੰਘ ਵਰਗਾ ਜਿਹੜਾ ਇਨਸਾਨ ਆ, ਉਹ ਮੈਂ ਤਾਂ ਅੱਖੀਂ ਵੇਖਿਆ, ਚਲੋ ਸਾਡੇ ਨਾਲ ਕੋਈ 2-4 ਸਾਲ ਵੱਡਾ ਹੋਵੇਗਾ, ਜਦੋਂ ਉਹਦਾ ਕਤਲ ਕਰ ਦਿੱਤਾ ਗਿਆ ਉਦੋਂ ਹੀ ਸਾਡੇ ਪਿੰਡ ਦਾ ਹੀ ਇੱਥੋਂ ਤੱਕ ਸੋਚਣਾ ਵੀ ਬਹੁਤ ਵੱਡਾ ਨੁਕਸਾਨ ਹੋ ਗਿਆ ਸੀ, ਜਿਹੜੀ ਕਿ ਕੋਈ ਅਜੇ ਤੱਕ ਭਰਪਾਈ ਨਹੀਂ ਹੋਈ। ਪਰ ਮੈਂ ਇਹ ਕਹਿੰਦਾ ਵੀ ਆਹ ਜਿਹੜੇ ਕਮੈਂਟ ਨੇ ਇਹਦੇ ਵਾਸਤੇ ਸਾਨੂੰ ਬਹੁਤ ਜ਼ਿਆਦਾ ਦੁੱਖ ਮਹਿਸੂਸ ਹੋ ਰਿਹਾ। ਜਿਹਨਾਂ ਨੇ ਕਤਲ ਕਰਾਇਆ ਨਾ ਇੱਕ ਦੇ ਕਤਲ ਦੀ ਗੱਲ ਹੋਈ ਆ ਵੀ ਕਤਲ ਉਹਨਾਂ ਦਾ ਕੀਤਾ ਗਿਆ, ਉਹ ਕੌਣ ਲੋਕ ਸੀ ਜਿਨ੍ਹਾਂ ਨੇ ਕਤਲ ਕੀਤਾ ਤੇ ਉਹਨਾਂ ਦਾ ਮਕਸਦ ਕੀ ਸੀ? ਉਹ ਹੈਗੇ ਸਮਗਲਰ ਸੀ ਜੀ। ਹਾਂਜੀ। ਬਲੈਕ ਕਰਦੇ ਸੀ।
ਲੋਕਾਂ ਦੇ ਧੀਆਂ ਭੈਣਾਂ ਨੂੰ ਫੜਦੇ, ਸਾਡੇ ਸ਼ੀਰਿਆਂ ਦੇ ਹੀ ਪਾਦੇ ਆ। ਤੇ ਉਹਦਾ ਕਰਕੇ ਉਹਦਾ ਦਾ ਵੀ ਕਤਲ, ਉਹਨਾਂ ਚੋਂ ਇੱਕ ਬੰਦਾ ਮਰ ਗਿਆ ਉਹਨਾਂ ਦਾ, ਤੇ ਉਹਨਾਂ ਨੇ ਫਿਰ ਉਹਦੇ ਦੁੱਖ 'ਚ ਹੀ ਇਹਨੂੰ ਕਤਲ ਕਰ ਦਿੱਤਾ। ਇਹਨੇ ਕੋਈ ਉਹਦੇ 'ਚ ਰੋਲ ਨਹੀਂ ਹੈਗਾ, ਕੋਈ ਇਹ ਹੋਰ ਜਥੇਬੰਦੀਆਂ ਦਾ ਨਹੀਂ ਕੋਈ ਬਹੁਤਾ ਰੋਲ ਇਸ ਗੱਲ 'ਚ, ਕਿਸੇ ਜਥੇਬੰਦੀ ਦਾ ਰੋਲ ਨਹੀਂ। ਕੋਈ ਦੋਸ਼ ਲਾਉਣ ਵਾਲੇ ਸਾਡੇ ਪਿੰਡ ਦੇ ਵਿੱਚ ਆ ਜਾਣ, ਸਾਨੂੰ ਇੱਕ ਵੀ ਸਬੂਤ ਕੱਢ ਦੇਣਾ, ਅਸੀਂ ਸਾਰਾ ਪਿੰਡ ਹੀ ਸ਼ਰਮਸਾਰ ਹੋਵਾਂਗੇ, ਅਸੀਂ ਉਹਨਾਂ ਦੇ ਦੇਣਦਾਰ ਹੋਵਾਂਗੇ। ਇੱਕ ਵੀ ਦੋਸ਼ ਸਾਬਤ ਕਰ ਦੇਣਾ ਸਾਡੇ ਪਿੰਡ 'ਚ ਆਣ ਕੇ, ਸਾਡੇ ਇੱਥੇ ਸਾਹਮਣੇ ਆ ਜਾਣ, ਸਾਰੇ ਪਿੰਡ ਦੇ ਸਾਹਮਣੇ ਇੱਕ ਦੋਸ਼ ਵੀ ਸੱਚਾ ਸਾਬਤ ਹੋ ਜਾਏ ਤੇ ਸਾਨੂੰ ਜੋ ਕੋ ਗੁਰੂ ਘਰ ਬੈਠੇ ਅਸੀਂ ਉਹ ਜੁਰਮਾਨਾ ਭਰਨ ਨੂੰ ਤਿਆਰ ਹੈ। ਉਹਨਾਂ ਵਰਗੇ ਇਨਸਾਨ ਤਾਂ ਲੱਭਣੇ ਨਹੀਂ ਕਿਤੇ ਜੀ। ਇਹ ਤਾਂ ਉਹਨਾਂ ਦੀ ਬੇਟੀ ਜਿਹੜੀ ਆ ਉਹ ਸੰਘਰਸ਼ ਦੇ ਨਾਲ ਤੁਰੀ ਆ, ਤੇ ਜਿਹੜੇ IT ਸੈੱਲ ਆ, ਜਿਹੜੇ BJP ਸਰਕਾਰਾਂ ਸਿਰਫ ਉਹਨੂੰ ਬਦਨਾਮ ਕਰਨ ਵਾਸਤੇ ਕੋਝੀਆਂ ਸਾਜ਼ਿਸ਼ਾਂ ਜਿਹੜੇ ਚੱਲਣ ਡਏ ਨੇ, ਔਰ ਇਹਦੇ ਵਿੱਚ ਤਾਂ ਬਿਲਕੁਲ ਵੀ ਸੱਚਾਈ ਨਹੀਂ ਜੀ, 1% ਵੀ ਸੱਚਾਈ ਨਹੀਂ ਹੈਗੀ। ਇਹ ਜਿਹੜੇ ਲੋਕ ਬਹਿ ਕੇ ਕਮੈਂਟ ਕਰਨ ਡਏ ਨੇ, ਜੇ ਕੋਈ ਸੱਚਾਈ ਦਾ ਪਤਾ ਕਰਨਾ ਤਾਂ ਸਾਡੇ ਪਿੰਡ ਆ ਜਾਣ, ਅਸੀਂ ਨਾਲ ਉਹਨਾਂ ਦੇ ਚੱਲ ਪੈਂਦੇ, ਜਿੱਥੋਂ ਵੀ ਇਹਨਾਂ ਨੂੰ ਲੱਗਦਾ ਵੀ ਮਾੜੇ ਆ। ਜਿੱਦਾਂ ਵੀਰ ਜੀ ਹੁਣਾਂ ਕਿਹਾ ਵੀ ਅਸੀਂ ਉਹਨਾਂ ਦੇ ਦੇਣਦਾਰ ਹੋਵਾਂਗੇ ਜੇ ਇਹੋ ਜਿਹੀ ਕੋਈ ਗੱਲ ਸਾਬਤ ਹੁੰਦੀ ਹੈ। ਤੇ ਨਿਰਾ ਇਹ ਨਹੀਂ ਵੀ ਅਸੀਂ ਉਹਨਾਂ ਦੇ ਕੋਈ ਪੱਖ 'ਚ ਜਾਂ ਕੋਈ ਸਾਡੀ ਕੋਈ ਸਿਆਸੀ ਆ ਜਾਂ ਕੁਛ ਵੀ, ਇਹ ਤਾਂ ਕੋਝੀਆਂ ਸਾਜ਼ਿਸ਼ਾਂ ਆ, BJP ਸਰਕਾਰ ਦੀਆਂ ਸਾਜ਼ਿਸ਼ਾਂ ਵਾ ਵੀ ਇਹ ਇਹਨਾਂ ਨੂੰ ਬਦਨਾਮ ਕੀਤਾ ਜਾਵੇ, ਇਹਨਾਂ ਨੂੰ ਸੋਨੀਆ ਮਾਨ ਦੇ ਸੰਘਰਸ਼ ਨੂੰ ਫੇਲ ਕਰਨ ਲਈ। ਜੀ ਸੋਨੀਆ ਦਾ ਹੋਇਆ ਨਾ ਬਰਥ ਹੋਇਆ ਹੈ, ਉਹ ਆਪਣੇ ਨਾਨਕੇ ਆ UP। ਅੱਛਾ ਜੀ। ਤੇ ਉਹ ਚਾਚਾ ਜੀ ਦੇ ਡੈਥ ਤੋਂ ਮਾਨ ਸਾਹਿਬ ਦੀ ਤੋਂ 14 ਕੁ ਦਿਨ 13 ਦਿਨ ਮਤਲਬ ਪਹਿਲਾਂ ਮਤਲਬ ਹੋਇਆ ਉਹਦਾ ਬਰਥ। ਉਹਨੇ ਵਿਚਾਰੇ ਮੂੰਹ ਵੀ ਨਹੀਂ ਵੇਖਿਆ ਉਹਦਾ। ਚਿੱਠੀ ਜ਼ਰੂਰ ਉਹਨੇ ਲਿਖੀ ਉਹਨੂੰ, ਜਿਹੜੀ ਉਹ ਚਿੱਠੀ ਆ ਨਾ ਬੜਾ ਰੌਲਾ ਪੈਂਦਾ ਫਿਰਦਾ ਵੀ ਚਿੱਠੀ ਲਿਖੀ। ਚਿੱਠੀ ਚਲੋ ਉਹਨੇ ਆਪਣੇ ਮਨ ਦਾ ਜਿਹੜਾ ਵਲਵਲਾ ਉਹ ਲਿਖਿਆ ਉਹਨੂੰ, ਠੀਕ ਆ। ਬਾਕੀ ਇੱਕ ਗੱਲ ਜ਼ਰੂਰ ਆ, ਇਹ ਸਾਡਾ ਪਿੰਡ ਆ, ਇਸ ਪਿੰਡ ਦੇ ਬਾਹਰ ਵੀ ਮਤਲਬ ਸਾਰੇ ਇਲਾਕੇ 'ਚੋਂ ਤੁਸੀਂ ਕਿਤੇ ਆਣ ਕੇ ਬਹਿ ਜਾਣ, ਉਹ ਬੰਦੇ ਜਿਹੜੇ ਦੋਸ਼ ਲਾਉਂਦੇ ਆ ਨਾ, ਕਿਤੇ ਆਣ ਕੇ ਬਹਿ ਜਾਣ, ਸਾਨੂੰ ਸੱਦ ਲੈਣ, ਸਾਡੇ ਪਿੰਡ 'ਚ ਆ ਜਾਣ, ਜਾਂ ਜਿੱਥੇ ਆਉਂਦੇ ਆ ਅਸੀਂ ਉੱਥੇ ਆ ਜਾਂਦੇ ਹਾਂ। ਜੇ ਇਸ ਗੱਲ ਦੇ ਵਿੱਚ ਕੋਈ ਮਤਲਬ ਉਹ ਰਤਾ ਭਰ ਵੀ ਸੱਚਾਈ ਹੋਵੇ ਤੇ ਅਸੀਂ ਤੁਹਾਡੇ ਦੇਣਦਾਰ ਹੈ। ਜੋ ਡੰਨ ਸਾਨੂੰ ਉਹ ਬੰਦੇ ਲਾਉਣਗੇ ਅਸੀਂ ਦਿਆਂਗੇ, ਜੋ ਵੀ ਕੁਝ। ਜੇ ਕਦੇ ਇਸ ਗੱਲ 'ਚ ਰਤਾ ਵੀ ਸੱਚਾਈ ਹੋਵੇ ਤੇ ਇਹ ਐਵੇਂ ਬੇਬੁਨਿਆਦ ਗੱਲਾਂ। ਇੱਕ ਚੰਗੇ ਇਨਸਾਨ ਨੂੰ 35 ਸਾਲ ਜਿਹਦੀ ਡੈਥ ਹੋਈ ਨਹੀਂ ਹੋ ਗਿਆ, ਇਹ ਲੋਕ ਗੱਡੇ ਮੁਰਦੇ ਗਲਤ ਤਰੀਕੇ ਦੇ ਨਾਲ। ਕਿਉਂ ਤੁਹਾਨੂੰ ਕੀ ਲੱਗਦਾ ਵੀ ਇਹ ਕਿਉਂ ਅੱਜ ਕਿਸਾਨ ਸੰਘਰਸ਼ ਚੱਲ ਰਿਹਾ? ਬਿਲਕੁਲ। ਕਿਸਾਨ ਸੰਘਰਸ਼ ਦੇ ਵਿੱਚ ਬਲਦੇਵ ਸਿੰਘ ਮਾਨ ਦਾ ਨਾਂ ਜਾਂ ਬਲਦੇਵ ਸਿੰਘ ਮਾਨ ਬਾਰੇ ਚਰਚਾ ਕਿਉਂ ਛਿੜੀ ਆ? ਉਹ ਕਿੰਨਾ ਲੋਕਾਂ ਨੇ ਛੇੜੀ ਹੈ, ਕਿਉਂ ਛੇੜੀ ਹੈ? ਵੇਖੋ ਜੀ, ਕਿਸਾਨ ਸੰਘਰਸ਼ ਜਿਹੜਾ ਨਾ, ਉਹ ਬੰਦਾ ਕਿਸਾਨਾਂ ਦਾ ਲੀਡਰ ਸੀ ਤੇ ਕਿਸਾਨਾਂ ਦਾ, ਗਰੀਬਾਂ ਦਾ, ਮਜ਼ਦੂਰਾਂ ਦਾ ਨੇਤਾ ਸੀ। ਉਹ ਮਤਲਬ ਹਰ ਮਾੜੇ ਬੰਦੇ ਦੇ ਕੰਮ ਆਉਂਦਾ ਸੀ। ਉਹਦੇ ਇਹੋ ਜਿਹਾ ਇਨਸਾਨ ਹੀ, ਇੱਥੋਂ ਸਾਡੇ ਪਿੰਡੋਂ 7 ਕਿਲੋਮੀਟਰ ਕੁਕੜਾਂ ਵਾਲਾ ਵਿਚਾਰਾ ਤੁਰ ਕੇ ਆ ਜਾਂਦਾ ਸੀ ਰਾਤ ਨੂੰ, ਮੋਢੇ 'ਤੇ ਝੋਲਾ ਪਾਇਆ ਹੋਣਾ, ਜੇ ਰੋਟੀ ਖਾਧੀ ਆ ਨਹੀਂ ਖਾਧੀ ਤਾਂ ਵੀ ਕੋਈ ਗੱਲ ਨਹੀਂ। ਉਹਨਾਂ ਦੀ ਸਿੱਖਿਆ ਬਾਰੇ ਦੱਸੋਗੇ ਵੀ ਉਹਨਾਂ ਦੀ ਸਟੱਡੀ ਕਿੰਨੀ ਕੁ ਸੀ? ਪੜ੍ਹੇ ਲਿਖੇ ਇਨਸਾਨ ਸੀ? ਉਹ MA ਸੀ ਜੀ। ਕਿਸ ਚੀਜ਼ ਦੀ MA ਕੀਤੀ? MA ਮੇਰਾ ਖਿਆਲ ਹੈ ਅੱਛਾ ਜੀ, ਪੋਲੀਟੀਕਲ ਸਾਇੰਸ ਦੀ MA ਸੀ ਤੇ ਪੰਜਾਬੀ ਵੀ, MA ਪੰਜਾਬੀ ਵੀ। ਉਹ ਲਿਖਦੇ ਵੀ ਸੀ? ਇੱਕ ਉਹਨਾਂ ਮੈਗਜ਼ੀਨ ਕੱਢਿਆ ਹਰਾਵਲ ਦਸਤਾ, ਬੜਾ ਚਿਰ ਕੱਢਦੇ ਰਹੇ ਉਹ ਹਰਾਵਲ ਦਸਤਾ। ਬੜਾ ਮਤਲਬ ਇੱਥੇ ਡਰਾਮੇ ਸੀ ਛੋਟੇ ਛੋਟੇ ਹੁੰਦੇ ਹਾਂ ਪਿੰਡਾਂ 'ਚ ਲਿਆ ਕੇ। ਗੁਰਸ਼ਰਨ ਸਿੰਘ ਹੁੰਦੇ ਸੀ ਉਦੋਂ ਨਾਟਕਕਾਰ, ਗੁਰਸ਼ਰਨ ਭਾਜੀ ਜਿਨ੍ਹਾਂ ਨੂੰ ਕਹਿੰਦੇ ਆ, ਉਹ ਬੜਾ ਉਹਨਾਂ ਦਾ ਚਾਚਾ ਜੀ ਦਾ ਪਿਆਰ ਸੀ ਉਹਨਾਂ ਦਾ। ਤੇ ਮਤਲਬ ਉਹ ਡਰਾਮੇ ਇੱਥੇ ਲਿਆ ਕੇ ਪਿੰਡ ਕਰਾਉਣੇ, ਲੋਕਾਂ ਨੂੰ ਜਾਗਰੂਕ ਕਰਨਾ। ਸਾਡਾ ਮਤਲਬ ਜਿਹੜਾ ਪਿੰਡ ਆ ਭਾਜੀ, ਬੜਾ ਪੜ੍ਹਿਆ ਲਿਖਿਆ ਪਿੰਡ ਆ, ਮਤਲਬ ਚੰਗੇ ਮਤਲਬ ਵੈਲ ਐਜੂਕੇਟਡ ਲੋਕ ਨੇ ਸਾਰੇ। ਹਾਂ, ਤੇ ਚਲੋ ਇਹ ਆ ਵੀ ਸਾਰੇ ਥੋੜ੍ਹਾ ਮਤਲਬ ਝੁਕਾਅ ਜਿਹੜਾ ਸੀ ਨਾ ਕਮਿਊਨਿਸਟਾਂ ਵੱਲ ਸੀ। ਸਰਪੰਚ ਹੋਣ ਦੇ ਨਾਤੇ ਇਸ ਗੱਲ ਦੀ ਗਰੰਟੀ ਲੈਂਦੇ ਹੋ ਵੀ ਉਸ ਦੌਰ ਦੇ ਵਿੱਚ ਜਦੋਂ ਬਲਦੇਵ ਸਿੰਘ ਮਾਨ ਜੀ ਇੱਥੇ ਸੀ, ਵੀ ਕੋਈ ਇੱਕ ਵੀ ਘਟਨਾ ਰੇਪ ਦੀ ਜਾਂ ਇੱਕ ਵੀ ਘਟਨਾ ਨੌਜਵਾਨ ਦੇ ਕਤਲ ਦੀ ਹੋਈ? ਨੌਜਵਾਨ ਦੇ ਕਤਲ ਦੀ, ਰੇਪ ਦੀ ਜੇ ਕੋਈ ਘਟਨਾ ਹੋਵੇ ਨਾ ਤੇ ਜਾਓ ਸਾਡਾ ਸਿਰ ਲਾ ਦਿਓ। ਹੋਰ ਦੱਸੋ, ਆ ਗੁਰੂ ਘਰ ਬੈਠੇ ਆ, ਇਦੋਂ ਵੱਡੀ ਦੀ ਕੋਈ ਗੱਲ ਨਹੀਂ। ਅਸੀਂ ਇਹਨਾਂ ਨੂੰ ਘੱਟ ਸਿੱਖਦੇ ਨਹੀਂ ਗੇ। ਸਾਡਾ ਤੇ ਕੁੜੀਆਂ ਨਾ ਮਨ ਇਕੱਠਾ ਮਤਲਬ ਨਾ ਆਉਂਦਾ ਵੀ ਇਹ ਲੋਕ ਕੀ ਕਰਨ ਡਏ ਆ। ਇਹਨਾਂ ਨੂੰ ਕੋਈ ਸ਼ਰਮ ਹੀ ਨਹੀਂ, ਕੋਈ ਇਹਨਾਂ ਦਾ ਕੋਈ ਹੈ ਨਹੀਂ, ਕੋਈ ਕਰੈਕਟਰ ਨਹੀਂ, ਕੋਈ ਕਰਤੂਤ ਨਹੀਂ, ਕੋਈ ਲਾਗੇ ਸਾਹਮਣੇ ਕੋਈ ਸਾਹਮਣੇ ਕਿਸੇ ਦੇ ਆਣ ਕੇ ਗੱਲ ਕਰੋ। ਜੇ ਤੁਸੀਂ ਏਡੇ ਬਹਾਦਰ ਜੇ ਤਾਂ ਇੱਥੇ ਸਾਡੇ ਨਾਲ ਆਣ ਕੇ ਸਾਡੇ ਨਾਲ ਕਰੋ ਕੋਈ ਵਿਚਾਰ ਵਟਾਂਦਰਾ। ਜੇ ਉਹ ਮੇਰਾ ਖਿਆਲ ਹੈ ਵੀ ਜੇ ਕਿਤੇ ਕੋਈ ਵੀ ਉਹ 'ਚ ਸੱਚਾਈ ਹੋਵੇ ਨਾ ਤੇ ਜੋ ਸਜ਼ਾ ਸਾਨੂੰ ਦੇਣਗੇ ਮੰਨਣ ਨੂੰ ਤਿਆਰ ਹੈ। ਜੋ ਬੀਬੀ ਵੱਲੋਂ ਉਹ ਦੋਸ਼ ਲਾਏ ਜਾ ਰਹੇ ਆ ਕਿ ਇਹ ਇਲਾਕਾ ਜਾਂ ਪਿੰਡ ਦੇ ਲੋਕ ਉਸ ਬੀਬੀ ਨੂੰ ਜਾਣਦੇ ਹੋ? ਕੌਣ ਹੈ ਬੀਬੀ ਜਿਹੜੀ ਦੋਸ਼ ਲਾ ਰਹੀ ਆ? ਭਾਜੀ ਸਾਨੂੰ ਤੇ ਪਤਾ ਹੀ ਨਹੀਂ। ਅਸੀਂ ਤਾਂ ਸੋਸ਼ਲ ਮੀਡੀਆ 'ਤੇ ਸੁਣਿਆ, ਸੋਸ਼ਲ ਮੀਡੀਆ 'ਤੇ ਅਸੀਂ ਸੁਣਿਆ ਜੀ।
ਉਹਨਾਂ ਵੱਲੋਂ ਇਹ ਕਿਹਾ ਗਿਆ ਵੀ ਉਹ ਚਿੱਠੀ ਵੀ ਬਲਦੇਵ ਮਾਨ ਦੀ ਲਿਖੀ ਹੋਈ ਲੱਗਦੀ ਨਹੀਂ, ਮਤਲਬ ਉਹਨਾਂ ਦਾ ਕਹਿਣ ਦਾ ਭਾਵ ਇਹ ਸੀ ਵੀ ਬਲਦੇਵ ਮਾਨ ਇੰਨੇ ਪੜ੍ਹੇ ਲਿਖੇ ਇਨਸਾਨ ਨਹੀਂ ਸੀ। ਉਹਨਾਂ ਦਾ ਇਹ ਉਹ ਕਹਿੰਦੇ ਵੀ ਜੋ ਕੁੜੀ ਨੇ ਪੜਿਆ ਉਹ ਯੂਨੀਵਰਸਿਟੀ ਪੜਿਆ ਹੋਸਟਲ 'ਚ ਰਿਹਾ ਉਹ ਉਦੋਂ ਕੋਈ ਯੂਨੀਵਰਸਿਟੀ ਕੋਈ ਵੀ ਨਹੀਂ ਜਾਂਦਾ ਸੀ। ਪੜਿਆ PSU ਦਾ ਲੀਡਰ ਆ ਉੱਥੇ, ਉਹ ਪੰਜਾਬ ਸਟੂਡੈਂਟ ਯੂਨੀਅਨ ਦਾ। ਉਹਦੇ ਮਤਲਬ ਪਦੇਸ਼ੀ ਜਿਸ ਤਰ੍ਹਾਂ ਹੁੰਦਾ ਨਾ ਕੋਈ ਬੰਦਾ, ਉਹਦੇ ਚ ਗੁਣ ਇਹੋ ਜਿਹੇ ਸੀ। ਦਸਤਾ ਮੈਗਜ਼ੀਨ ਤੁਸੀਂ ਪੜੋ ਤੁਹਾਨੂੰ ਪਤਾ ਲੱਗ ਜਾਏ। ਉਹਦੇ ਛੋਟੇ ਹੁੰਦਿਆਂ ਤੋਂ ਹੀ ਨਾ ਮਤਲਬ ਉਹਦੇ ਮਤਲਬ ਵਿਚਾਰ ਇਹੋ ਜਿਹੇ ਸੀ। ਮੈਂ ਤੁਹਾਨੂੰ ਦੱਸ ਦੇਣਾ ਵੀ ਸਾਡੇ ਪਿੰਡਾਂ 'ਚ ਆਮ ਤੌਰ 'ਤੇ ਹੁੰਦਾ ਵੀ ਜਿਸ ਤਰ੍ਹਾਂ ਨਾ ਕੋਈ ਮਜ਼ਦੂਰ ਆ, ਹੁਣ ਤਾਂ ਥੋੜ੍ਹਾ ਜਿਹਾ ਨਾ ਜਾਗਰਤੀ ਆ ਗਈ ਲੋਕਾਂ 'ਚ, ਨਹੀਂ ਤੇ ਇਹਨਾਂ ਦੇ ਭਾਂਡੇ ਵੱਖਰੇ ਰੱਖੇ ਹੋਣੇ ਮਜ਼ਦੂਰਾਂ ਦੇ, ਤੇ ਕਿਸੇ ਦੇ ਨਲਕੇ ਤੋਂ ਪਾਣੀ ਨਾ ਲੈਣ ਦੇਣਾ। ਉਹ ਇੱਕ ਇਹੋ ਜਿਹਾ ਬਾਦ ਬੰਦਾ ਸੀ। ਇੱਥੇ ਹੰਸੂ ਹੁੰਦਾ ਸੀ ਉਹਦਾ ਨੌਕਰ ਚਾਚਾ ਜੀ ਦਾ। ਉਸ ਬੰਦੇ ਨੇ ਉਹਨੂੰ ਥਾਲੀ ਕੌਲੀ ਦੇ ਟੇਬਲ ਦੇ ਉੱਤੇ ਆਖਣਾ ਬਹਿ ਕੇ ਮੇਰੇ ਨਾਲ ਰੋਟੀ ਖਾ। ਉਹ ਬੰਦੇ ਇਹ ਸੋਚ ਸੀ। ਔਰ ਹੋਰ ਜਾਤੀ ਜਿਹੜਾ ਫਰਕ ਹੁੰਦੇ ਆ ਉਹਨਾਂ ਨੂੰ ਖਤਮ ਕਰਨ ਲਈ ਉਹ ਇਦਾਂ ਦੇ ਉਦਮ ਕਰਦੇ। ਬੜਾ ਮਤਲਬ ਉਹਦਾ ਇਹ ਵਿਚਾਰ ਜਿਹੜੇ ਸੀ ਨਾ, ਉਹ ਉਸ ਟਾਈਮ ਜਿਹੜੇ ਆ ਲੋਕਾਂ ਦੇ ਨਾਲੋਂ ਵੀ ਉਹਦੇ ਮਤਲਬ ਬੜੇ ਉੱਚੇ ਵਿਚਾਰ ਸੀ। ਮੈਂ ਤੁਹਾਨੂੰ ਇੱਕ ਹੋਰ ਦੱਸਦਾ ਵਿਚਾਰ ਉਹਨਾਂ ਦੇ ਜਦੋਂ ਸਰਪੰਚ ਬਣੇ ਨੇ, ਤੇ ਸਰਪੰਚ ਬਣਨ ਦੇ ਬਾਅਦ ਆਪਣੇ ਫਾਦਰ ਸਾਹਿਬ ਨੂੰ ਕਹਿੰਦੇ ਮੈਂ ਬਣ ਗਿਆ ਸਰਪੰਚ ਪਿੰਡ ਦਾ, ਮੈਨੂੰ ਆਪਣੀਆਂ ਗੱਲਾਂ ਨਹੀਂ ਦੱਸਣੀਆਂ, ਫਲਾਣੇ ਨੇ ਮੇਰੀ ਵੱਟ ਵੱਢੀ ਆ, ਫਲਾਣੇ ਨੇ ਮੇਰੇ ਨਾਲ ਆਹ ਧੱਕਾ ਕੀਤਾ ਵਾ, ਮੇਰੇ ਵਾਸਤੇ ਸਾਰਾ ਪਿੰਡ ਇਹ ਕਿਹਾ, ਮੈਂ ਤੁਹਾਡੀ ਕੋਈ ਗੱਲ ਨਹੀਂ ਸੁਣਨੀ। ਉਹ ਦੋਸ਼ਾਂ ਬਾਰੇ ਕੀ ਜਾਣਕਾਰੀ ਦਓਗੇ ਵੀ ਤੁਹਾਨੂੰ, ਤੁਸੀਂ ਤਾਂ ਦੇਖਿਆ ਹੋਣਾ, ਅੱਖੀ ਦੇਖਿਆ ਹੋਣਾ ਵੀ ਉਹ ਕਿਹੋ ਜਿਹੇ ਇਨਸਾਨ ਸੀ? ਉਹਦੇ ਵਰਗਾ ਇਨਸਾਨ ਹੀ ਕੋਈ ਨਹੀਂ ਜੀ, ਜਿੰਨਾ ਉਹ ਇਨਸਾਨ ਸੀ ਨਾ, ਇੱਜ਼ਤ ਵਾਲਾ ਸੀ, ਬਹੁਤ ਇੱਜ਼ਤ ਵਾਲਾ। ਕਿਸੇ ਦੀ ਧੀ ਭੈਣ ਵੱਲ ਤੱਕ ਕੇ ਨਹੀਂ ਵੇਂਦਾ ਉਹ। ਹਾਂਜੀ ਹੋਰ ਹਾਂਜੀ ਮਾਤਾ ਜੀ, ਤੁਸੀਂ ਦੱਸੋਗੇ ਵੀ ਕਿ ਜਿਹੜੇ ਦੋਸ਼ ਲਾਏ ਆ ਉਸ ਔਰਤ ਨੇ ਵੀ ਉਹ ਝੂਠੇ ਬਹੁਤ ਚੰਗਾ ਸੀ, ਸੁਭਾਅ ਵੀ ਬੜਾ ਚੰਗਾ ਸੀ, ਇੱਜ਼ਤ ਵਾਲਾ ਬੰਦਾ ਸੀ। ਉੱਥੇ ਮਰਿਆ ਵੀ ਸਾਨੂੰ ਨਾ ਸੁਖਨੇ 'ਚ ਮਿਲਦਾ ਕਿ ਤੁਹਾਨੂੰ ਮਦਦ ਮੇਰੀ ਚਾਹੀਦੀ ਤਾਂ ਮੈਂ ਦਊਂਗਾ। ਐਡਾ ਚੰਗਾ ਬੰਦਾ ਸੀ। ਅਸੀਂ ਤਾਂ ਜਿਹਨੂੰ ਰੋਟਨੇ ਉਹ ਗੱਲ ਇਹ ਆ ਜੀ, ਇਲਜ਼ਾਮ ਲਾਉਣ ਵਾਲਿਆਂ ਦਾ ਮੂੰਹ ਕਾਲਾ ਹੋਣਾ, ਜੋ ਜਿਹੜਾ ਇਲਜ਼ਾਮ ਲਾਈ ਜਾਂਦਾ, ਇਲਜ਼ਾਮ ਇਹ ਵੀ ਲਾਉਣ ਡਏ ਨੇ ਵੀ ਹੈਗਾ ਜੀ ਉਹ ਟਾਊਟ ਸੀ। ਕੋਈ ਟਵੜ ਨਹੀਂ। ਪੁਲਿਸ ਦੀ ਇਹਨੇ ਮਾਰ ਖਾਧੀ, ਉਹਨੇ ਖਾਧੇ ਲੋਕਾਂ ਵਾਂ। ਜਦੋਂ ਐਮਰਜੈਂਸੀ ਜੀ, ਐਮਰਜੈਂਸੀ ਦੇ ਵਿੱਚ ਉਹਨੂੰ ਇੰਨੀ ਮਾਰ ਪਈ, 18-20 ਦਿਨ ਇੰਨਾ ਇੰਟੈਰੋਗੇਟ ਹੋਇਆ, ਉਹਦੀਆਂ ਅੱਖਾਂ ਦੀ ਜਿਹੜੀ ਰੋਸ਼ਨੀ ਸੀ ਬਿਲਕੁਲ ਚਲ ਗਈ। ਇੱਕ ਵਾਰ ਬਿਲਕੁਲ ਉਹਨੂੰ ਦਿਸਣੋਂ ਹਟ ਗਿਆ, ਮਿਰਚਾਂ ਦੀਆਂ ਬੋਰੀਆਂ 'ਚ ਪਾ ਕੇ ਇੰਨੀ ਇੰਟਰੋਗੇਸ਼ਨ ਉਹਦੀ ਹੋਈ ਆ। ਮਤਲਬ ਜੇ ਕੋਈ ਪੁਲਿਸ ਦਾ ਟਾਊਟ ਹੁੰਦਾ ਤਾਂ ਫਿਰ ਪੁਲਿਸ ਨੇ ਇੰਟਰੋਗੇਟ ਕਰਨਾ ਸੀ ਉਹਨੂੰ। ਉਹਨਾਂ ਨੂੰ ਇੰਟਰੋਗੇਟ ਕਿਉਂ ਕੀਤਾ ਗਿਆ? ਕਿਹੜੇ ਉਦੋਂ ਜੀ ਹੈਗਾ ਸੀ ਨੈਕਸਲਾਈਟ ਮੂਵਮੈਂਟ ਸੀ, ਜਿਹੜੀ ਨੈਕਸਲਾਈਟ ਮੂਵਮੈਂਟ ਸੀ ਉਹਦੇ ਜੋ ਲੀਡਰ ਸੀ, PSU ਦਾ ਲੀਡਰ ਸੀ ਉਹ। ਹਾਂ, ਤੇ ਭਗੌੜਾ ਰਿਹਾ ਬੜਾ ਚਿਰ। ਮੁੜ ਕੇ ਜਦੋਂ ਫੜਿਆ ਗਿਆ ਤਾਂ ਅਸੀਂ ਤਾਂ ਛੋਟੇ ਹਾਂ, ਬਹੁਤ ਜ਼ਿਆਦਾ ਇੰਟਰੋਗੇਸ਼ਨ ਦੱਸਦੀ ਉਹਦੀ ਹੋਈ ਹੈ। ਬੜਾ ਚਿਰ ਬਾਅਦ ਦੇ ਵਿੱਚ ਉਹਨੂੰ ਇਹ ਦਵਾਈਆਂ ਲੈ ਕੇ ਤੇ ਥੋੜ੍ਹੀ ਜਿਹੀ ਉਹਨੂੰ ਆਈਸਾਈਟ ਜਿਹੜੀ ਸੀ ਉਹਦੀ ਹੋਈ, ਮਤਲਬ ਘੱਟਦੀ ਦਾ ਸੀ, ਅਜੇ ਵੀ ਘੱਟਦੀ ਦਾ ਸੀ। ਐਨਕ ਲੱਗੀ ਸੀ ਬੜੀ ਮੋਟੀ ਉਹਨੂੰ। ਮਤਲਬ ਇਹ ਆ ਵੀ ਹੁਣ ਦੋਸ਼ ਤੇ ਕੋਈ ਵੀ ਲਾ ਸਕਦਾ ਜੀ, ਜੋ ਮਰਜ਼ੀ। ਹੁਣ ਕਿਸੇ ਦਾ ਮੂੰਹ ਤੇ ਫੜ ਨਹੀਂ ਲੈਣਾ। ਜਾਨਾਂ ਵਾਲੀਆਂ ਬਹੁਤ ਆ, ਬਹੁਤ ਚੰਗੇ ਇਨਸਾਨ ਸਨ, ਤੇ ਹੁਣ ਦੋਸ਼ਾਂ ਵਾਲਿਆਂ ਦਾ ਭਲਾ ਹੀ ਨਹੀਂ ਹੋਣਾ। ਜਿਨ੍ਹਾਂ ਨੇ ਇੰਨਾ ਦੋਸ਼ ਉਹਨੂੰ ਲਾਇਆ, ਉਹਦੇ ਵਰਗਾ ਤਾਂ ਦੁਨੀਆ ਦੇ ਬੰਦਾ ਹੀ ਨਹੀਂ। ਸਾਡੇ ਪਿੰਡ 'ਚ ਬੰਦਾ ਨਹੀਂ ਇਹੋ ਜਿਹਾ ਹੈਗਾ ਜਿੰਨਾ ਉਹ ਚੰਗਾ ਬੰਦਾ ਸੀ, ਬਹੁਤ ਨੇਕ ਬੰਦਾ ਸੀ। ਸਭ ਝੂਠ ਆ, ਸਭ ਝੂਠ। ਠੀਕ ਹੈ ਜੀ। ਹਾਂਜੀ, ਪਿੰਡ ਦੇ ਵਿੱਚੋਂ ਔਰਤਾਂ ਨੂੰ ਵੀ ਅਸੀਂ ਮਿਲੇ ਆ, ਮਾਤਾਵਾਂ ਨੂੰ ਮਿਲੇ ਆ। ਮਾਤਾਵਾਂ ਦਾ ਵੀ ਇਹ ਕਹਿਣਾ ਕਿ ਉਹਨਾਂ ਵਰਗਾ ਇਨਸਾਨ ਕੋਈ ਨਹੀਂ ਸੀ। ਤੇ ਨਾਲ ਦੀ ਨਾਲ ਇੱਕ ਹੋਰ ਗੱਲ ਪਤਾ ਲੱਗੀ ਹੈ ਵੀ ਇੰਟੈਰੋਗੇਟ ਹੋਏ ਆ ਉਹ। ਨਕਸਲਾਈਟ ਮੂਵਮੈਂਟ ਚੱਲਦੀ ਆ ਪੰਜਾਬ ਦੇ ਵਿੱਚ, ਜਿਹੜੀ ਬੰਗਾਲ ਦੇ ਪਿੰਡ ਨਕਸਲਵਾੜੀ ਤੋਂ ਸ਼ੁਰੂ ਹੁੰਦੀ ਆ। ਔਰ ਉਸ ਮੂਵਮੈਂਟ ਦਾ ਜਿੱਦ ਇਤਿਹਾਸ ਚੱਕ ਕੇ ਦੇਖੀਏ, ਉਸ ਮੂਵਮੈਂਟ ਦਾ ਮੁੱਖ ਮਕਸਦ ਇਹ ਸੀ ਵੀ ਜਿਹੜੀਆਂ ਜ਼ਮੀਨਾਂ ਨੇ ਉਹ ਹਲਵਾਹਕ ਨੂੰ ਦਿੱਤੀਆਂ ਜਾਣ। ਚਾਰੂ ਮਜੂਮਦਾਰ ਨਕਸਲਾਈਟ ਮੂਵਮੈਂਟ ਦਾ ਇੱਕ ਆਗੂ ਮੰਨਿਆ ਜਾਂਦਾ। ਉਹਨਾਂ ਨੇ ਕਿਹਾ ਵੀ ਜਗੀਰਦਾਰਾਂ ਤੋਂ ਖੋਹ ਕੇ ਜ਼ਮੀਨਾਂ ਜਿਹੜੀਆਂ ਉਹ ਕਿਸਾਨਾਂ ਨੂੰ ਦਿੱਤੀਆਂ ਜਾਣ, ਜ਼ਮੀਨ 'ਤੇ ਹਲ ਵਾਹੁਣ ਵਾਲਿਆਂ ਨੂੰ ਦਿੱਤੀਆਂ ਜਾਣ। ਔਰ ਉਸ ਮੂਵਮੈਂਟ ਦੇ ਵਿੱਚ ਬਲਦੇਵ ਸਿੰਘ ਮਾਨ ਵੀ ਕੁੱਦਦਾ ਹੈ। ਔਰ ਉਸ ਮੂਵਮੈਂਟ ਦੇ ਦਰਮਿਆਨ ਜਿਹੜੀ ਗੌਰਮੈਂਟ ਆ ਉਹਨੂੰ ਚੱਕਦੀ ਹੈ ਅਤੇ ਇੰਟੈਰੋਗੇਟ ਕਰਦੀ ਹੈ, ਜਿਹਦੇ ਵਿੱਚ ਉਹਨਾਂ ਦੀ ਨਿਗਾਹ ਚਲੀ ਜਾਂਦੀ ਆ। ਅਤੇ ਵੱਡੀਆਂ ਗੱਲਾਂ ਨੇਗੀਆਂ। ਦੋਸ਼ ਲਾਉਣ ਵਾਲੇ ਲੋਕ ਇੱਕ ਪਾਸੇ ਨੇ ਅਤੇ ਸੱਚਾਈ ਇੱਕ ਪਾਸੇ ਆ। ਬਲਦੇਵ ਸਿੰਘ ਮਾਨ ਜੀ ਬਾਰੇ ਜੋ ਦੋਸ਼ ਲੱਗੇ ਆ ਉਹਨਾਂ ਦੇ ਉੱਤੇ ਇੱਕ ਨਿਊਜ਼ ਚੈਨਲ 'ਤੇ ਲਗਾਏ ਗਏ ਆ। ਉਹਦੇ ਸੰਬੰਧ ਵਿੱਚ ਅਸੀਂ ਬੱਗਿਆਂ ਪਿੰਡ ਤੋਂ ਬਿਨਾਂ ਨਾਲ ਦੇ ਗੁਆਂਢੀ ਪਿੰਡਾਂ 'ਚ ਪਹੁੰਚੇ ਹਾਂ
ਕਿਉਂਕਿ ਸਾਨੂੰ ਲੱਗਦਾ ਸੀ ਵੀ ਹੋ ਸਕਦਾ ਬੱਗਿਆ ਪਿੰਡ ਦੇ ਲੋਕ ਆਪਣੇ ਪਿੰਡ ਦੇ ਜਿਹੜੇ ਸਾਥੀ ਦੀ ਗੱਲ ਆ ਉਹ ਉਸ ਤਰੀਕੇ ਨਾਲ ਨਾ ਕਰਦੇ ਹੋਣ, ਉਹਨਾਂ ਦੇ ਦੋਸ਼ਾਂ ਨੂੰ ਕਲੀਅਰ ਨਾ ਕਰਦੇ ਹੋਣ। ਅਸੀਂ ਕਿਹਾ ਵੀ ਆਲੇ ਦੁਆਲੇ ਪਿੰਡਾਂ 'ਚ ਵੀ ਪੁੱਛ ਲਈ ਵੀ ਉਹਨਾਂ ਦਾ ਚਰਿੱਤਰ ਕਿੱਦਾਂ ਸੀ। ਸਾਨੂੰ ਪਤਾ ਲੱਗਿਆ ਇੱਥੇ ਜਿਹੜੇ ਛੀਨਾ ਪਿੰਡ ਆ ਉਹਨਾਂ ਦੇ ਨਾਨਕਿਆਂ ਦਾ ਪਿੰਡ ਆ, ਅਤੇ ਇੱਥੇ ਉਹ ਅਕਸਰ ਆਉਂਦੇ ਜਾਂਦੇ ਰਹਿੰਦੇ ਸੀ, ਅਤੇ ਇੱਥੇ ਉਹਨਾਂ ਨੇ ਜਥੇਬੰਦੀ ਵੀ ਬਣਾਈ ਹੋਈ ਸੀ। ਅਤੇ ਇੱਥੋਂ ਪਿੰਡ ਦੇ ਲੋਕਾਂ ਨਾਲ ਗੱਲ ਕਰਦੇ ਹਾਂ ਆਪਾਂ ਵੀ ਉਹ ਉਹਨਾਂ ਬਾਰੇ, ਉਹਨਾਂ ਬਲਦੇਵ ਸਿੰਘ ਮਾਨ ਜੀ ਦੇ ਚਰਿੱਤਰ ਬਾਰੇ ਕੀ ਜਾਣਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਆਪਣਾ ਨਾਮ ਕੀ ਹੈ ਜੀ? ਮੇਰਾ ਨਾਮ ਕਾਬਲ ਸਿੰਘ ਸ਼ੀਨਾ, ਹਾਸ਼ਾ ਸ਼ੀਨਾ ਸਮਾਜਪੁਰਾ ਪਿੰਡ ਆ। ਸਰ ਬਲਦੇਵ ਸਿੰਘ ਮਾਨ ਜਿਹੜੇ ਇਸ ਇਲਾਕੇ ਦੇ ਕਿਸਾਨ ਆਗੂ ਸੀ, ਉਹਨਾਂ 'ਤੇ ਕਾਫੀ ਦੋਸ਼ ਲੱਗੇ ਆ ਵੀ ਉਹ ਬਲਾਤਕਾਰੀ ਸੀ ਜਾਂ ਉਹ ਪੁਲਿਸ ਦੇ ਟੌਟ ਸੀ। ਇਹਦੇ ਬਾਰੇ ਥੋੜ੍ਹਾ ਵਿਸਥਾਰ ਸਹਿਤ ਦੱਸੋਗੇ ਤੁਸੀਂ? ਹਾਂਜੀ, ਮੈਂ ਜੀ ਸਾਰੀ ਜਿਹੜੀ ਵੀਡੀਓ ਬੀਬੀ ਨੇ, ਸਿੱਖ ਬੀਬੀ ਨੇ ਉੱਥੋਂ ਵੀਡੀਓ ਕਿਸੇ ਚੈਨਲ ਤੋਂ ਵੇਚ ਕੀਤੀ ਆ, ਉਹ ਮੈਂ ਸਾਰੀ ਸੁਣੀ ਆ। ਮੈਨੂੰ ਇੰਨਾ ਦੁੱਖ ਹੋਇਆ ਵੀ ਇੱਕ ਅੰਮ੍ਰਿਤਧਾਰੀ ਬੀਬੀ ਹੋ ਕੇ ਇੰਨਾ ਜ਼ਿਆਦਾ ਸਿਰੇ ਤੋਂ ਝੂਠ ਮਾਰਦੀ ਹੋਵੇ, ਜਦੋਂ ਕਿ ਉਹ ਇਹ ਪਹਿਲੀ ਗੱਲ ਤੇ ਕਹਿੰਦੀ ਆ ਵੀ ਉਹ ਬਲਾਤਕਾਰੀ ਸੀ ਅਤੇ ਕੁੜੀਆਂ ਦੇ ਨਾਲ ਜਾਂ ਜਨਾਨੀਆਂ ਨਾਲ ਬਲਾਤਕਾਰ ਕਰਦਾ ਸੀ ਪਿੰਡ ਵਿੱਚ। ਪਹਿਲੀ ਗੱਲ ਤੇ ਉਹ ਪਿੰਡ 'ਚ ਰਹਿੰਦਾ ਨਹੀਂ ਸੀ, ਉਹ ਡੇਰੇ 'ਤੇ ਰਹਿੰਦਾ ਸੀ। ਡੇਰਾ ਦਾ 1.5 ਕਿਲੋਮੀਟਰ ਦੂਰ ਸੀ ਪਿੰਡੋਂ। ਦੂਜੀ ਗੱਲ ਇਹ ਵੀ ਪਹਿਲਾਂ ਉਹਦਾ ਜੇ ਦੂਜੀ ਗੱਲ ਇਹ ਵੀ ਉਹ ਪਿੰਡ ਦਾ ਪਹਿਲੀ ਵਾਰ ਸਰਪੰਚ, 2-3 ਪਿੰਡ ਇਕੱਠੇ ਆ ਅਤੇ ਇੱਕੇ ਪਿੰਡ ਦੀ ਪੰਚਾਇਤ ਹੁੰਦੀ, ਇੱਕੋ ਪੰਚਾਇਤ ਬਣਦੀ ਸੀ, ਉਹ ਸਰਪੰਚ ਜਿੱਤਿਆ। ਦੂਜੀ ਵਾਰ ਉਹ ਸਰਬਸੰਮਤੀ ਨਾਲ ਸਰਪੰਚ ਜਿੱਤਿਆ ਪਿੰਡ ਦਾ। ਅਤੇ ਤੀਜੀ ਗੱਲ, ਉਹਨੇ ਵਿਧਾਨ ਸਭਾ ਦੀ ਚੋਣ ਲੜੀ 1980 ਵਿੱਚ, 80 ਦੀ ਗੱਲ ਆ। ਉਦੋਂ ਉਹਨੂੰ 10,000 ਵੋਟ ਜਿਹੜੀ ਆ ਪਈ, ਜਦੋਂ ਕਿ 2 ਕਾਂਵੜ ਖੜੇ ਸੀ, ਇੱਕ ਦਲੀਪ ਸਿੰਘ ਟਪਿਆਲਾ, ਸਾਰੀਆਂ ਪਾਰਟੀਆਂ ਇੱਕ ਬੰਨੇ ਸੀ, ਅਤੇ ਉਹ ਨੌਜਵਾਨਾਂ ਦਾ ਆਗੂ ਹੋ ਕੇ ਇੰਨਾ ਹਰਮਨ ਪਿਆ ਸੀ, ਉਸ ਸਮੇਂ 10,000 ਵੋਟ ਉਹਨੂੰ ਪਈ। ਉਸ ਤੋਂ ਬਾਅਦ ਜਦੋਂ ਬਲੂ ਸਟਾਰ ਆਪਰੇਸ਼ਨ ਹੋਇਆ, ਬਲੂ ਸਟਾਰ ਆਪਰੇਸ਼ਨ ਦੇ ਵਿੱਚ ਵੀ ਉਹਨੇ ਬੜੇ ਮਤਲਬ ਵੀ ਇੱਥੇ ਸਾਡੇ ਪਿੰਡ ਵੀ ਕੁਛ ਮੁੰਡੇ ਸਿੱਖਾਂ ਦੇ ਜਿਹੜੇ ਸੀ ਉਹ ਆਪਣਾ ਖਾੜਕੂਵਾਦ ਦੇ ਵਿੱਚ ਹੀ, ਉਹ ਇੱਥੋਂ ਤੱਕ ਕਿ ਜੇ ਕੋਈ ਖਾੜਕੂਵਾਦ ਦੇ ਉਹਦੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਪੁਲਿਸ ਫੜਦੀ ਸੀ ਅਤੇ ਉਹ ਛੁਡਾ ਕੇ ਵੀ ਆਉਂਦਾ ਸੀ। ਉਹ ਇਹ ਕਹਿੰਦਾ ਸੀ ਵੀ ਇਹਨਾਂ ਦਾ ਕੀ ਕਸੂਰ ਆ, ਜੇ ਇਹਨਾਂ ਦਾ ਕੋਈ ਮੁੰਡਾ ਖਾੜਕੂ ਜਾਂ ਇਹਨਾਂ ਦਾ ਕੋਈ ਰਿਸ਼ਤੇਦਾਰ ਹੈ ਆ ਅਤੇ ਉਹਦੇ ਵਿੱਚ ਇਹਨਾਂ ਦਾ ਕੀ ਕਸੂਰ ਆ, ਇਹਨਾਂ ਦੇ ਪਰਿਵਾਰਕ ਮੈਂਬਰ ਨੂੰ ਛੱਡਣਾ ਚਾਹੀਦਾ। ਜਿਹਦੀ ਉਦਾਹਰਨ ਮੈਂ ਦੇ ਸਕਦਾ, ਸਾਡੇ ਪਿੰਡ ਦੇ ਸਰਪੰਚ ਵੱਖਾ ਸਿੰਘ, ਉਹਦਾ ਜਿਹੜਾ ਰਿਸ਼ਤੇਦਾਰ ਸੀ ਉਹ ਬੱਬਾ ਖਾਲਸਾ ਦੀ ਜਥੇਬੰਦੀ 'ਚ ਸੀ, ਉਹਨੂੰ ਪੁਲਿਸ ਚੁੱਕ ਕੇ ਲੈ ਗਈ ਅਤੇ ਸਾਰੀ 2-3 ਪਿੰਡਾਂ ਦੀ ਪੰਚਾਇਤਾਂ ਖੜ੍ਹ ਕੇ ਇਹਨੇ ਉਹ ਬਜ਼ੁਰਗ ਨੂੰ ਛੁਡਾ ਕੇ ਲਿਆਂਦਾ ਵੀ ਇਹਦਾ ਕੀ ਕਸੂਰ ਆ। ਹਰ ਜਗ੍ਹਾ ਉਹ ਜਾਂਦਾ ਹੈ। ਦੂਜੀ ਗੱਲ ਇਹ ਵੀ ਨੌਜਵਾਨ ਭਾਰਤ ਸਭਾ ਦਾ ਉਹ ਪੰਜਾਬ ਦਾ ਪ੍ਰਧਾਨ ਸੀ, ਸਾਰੇ ਲੋਕ ਉਹਨੂੰ ਜਾਣਦੇ ਸੀ। ਦੂਜੀ ਗੱਲ ਤਸ਼ੱਦਦ ਦੀ, ਉਸ ਸਮੇਂ ਐਮਰਜੈਂਸੀ ਦੇ ਵਿੱਚ ਜਦੋਂ ਸਾਰੀਆਂ ਜਥੇਬੰਦੀਆਂ, ਸਾਰੀਆਂ ਪਾਰਟੀਆਂ ਬੈਨ ਹੋ ਗਈਆਂ ਸੀ, ਇਹ ਵੀ ਪਾਰਟੀ ਬੈਨ ਹੋ ਗਈ ਸੀ, ਉਦੋਂ ਇਹ ਭਗੌੜਾ ਹੋ ਗਿਆ ਪੁਲਿਸ ਦੇ ਡਰੋਂ। ਅਤੇ ਉਸ ਤੋਂ ਬਾਅਦ ਉਹਨੂੰ ਗ੍ਰਿਫਤਾਰ ਕਰਕੇ ਇੰਨਾ ਤਸ਼ੱਦਦ ਕੀਤਾ ਗਿਆ ਵੀ ਉਹ ਨੌਜਵਾਨ ਹੋ ਕੇ ਉਹਨੂੰ ਐਨਕਾਂ ਲੱਗ ਗਈਆਂ, ਐਨਕਾਂ ਲੱਗ ਕੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ। ਉਸ ਤੋਂ ਬਾਅਦ ਫਿਰ ਵੀ ਉਹ ਜੇਲ੍ਹ 'ਚੋਂ ਰਿਹਾ ਹੁੰਦਿਆਂ ਹੀ ਉਹ ਨੌਜਵਾਨ ਭਾਰਤ ਸਭਾ ਸਰਗਰਮ ਹੋ ਗਿਆ। ਪਿੰਡ ਉਹਨੇ ਜਥੇਬੰਦੀਆਂ ਬਣਾਈਆਂ, ਪਿੰਡਾਂ 'ਚ ਇੰਨਾ ਹਰਮਨ ਪਿਆਰਾ ਸੀ ਵੀ ਕੋਈ ਪਿੰਡ ਦੇ ਲੋਕਾਂ ਨੂੰ ਪੁੱਛਿਆ ਜਾਪਦਾ ਜਿਹੜੇ ਉਸ ਸਮੇਂ ਦੇ ਮੌਜੂਦ ਆ, ਅਜੇ ਵੀ ਚਸ਼ਮਜੀਤ ਗਵਾਹ ਆ, ਅਤੇ ਕੋਈ ਇੱਦਾਂ ਦੀ ਗੱਲ ਬਲਾਤਕਾਰ ਜੀ ਅਤੇ ਗੱਲ ਹੀ ਨਹੀਂ ਸੀ। ਰਹੀ ਗੱਲ ਝੂਠੇ ਮੁਕਾਬਲਿਆਂ ਦੀਆਂ ਵੀ ਪਿੰਡ 'ਚ ਨੇ ਝੂਠੇ ਪੁਲਿਸ ਮੁਕਾਬਲੇ ਕਰਾਏ ਜਾਂ ਫੜ ਕੇ ਮੁੰਡੇ ਸ਼ਹੀਦ ਕਰਾਏ, ਇੱਕ ਵੀ ਸਬੂਤ ਹੋ ਜੇ ਬੱਗੇ ਪਿੰਡ ਦਾ, ਇੱਕ ਵੀ ਜੇ ਕੋਈ ਝੂਠੇ ਪੁਲਿਸ ਮੁਕਾਬਲੇ ਜਾਂ ਮੁਕਾਬਲੇ 'ਚ ਮਾਰਿਆ ਗਿਆ ਹੋਵੇ ਬੱਗੇ ਇਹਦੇ ਪਿੰਡ ਦਾ ਇੱਕ ਵੀ ਮੁੰਡਾ ਨਹੀਂ ਹੈਗਾ। ਇੱਥੋਂ ਤੱਕ ਸਰਪੰਚ ਦੇ ਇੰਨਾ ਰਿਕਾਰਡ ਹੀ ਥਾਣੇ ਵਿੱਚ ਵੀ ਕੋਈ ਵੀ ਕੇਸ ਜਿਹੜਾ ਉਹ ਥਾਣੇ ਜਾਣ ਨਹੀਂ ਦਿੰਦਾ, ਪਿੰਡ 'ਚ ਹੀ ਫੈਸਲਾ ਕਰਾਉਂਦਾ ਸੀ। ਅਤੇ ਇਹਨੇ ਪੁਲਿਸ ਮੁਕਾਬਲੇ ਜਾਂ ਝੂਠੇ ਪੁਲਿਸ ਮੁਕਾਬਲੇ ਕਿਉਂ ਬਣਾਉਣੇ ਸੀ? ਦੂਜੀ ਗੱਲ, ਕਿਸਾਨਾਂ ਦਾ ਆਗੂ ਉਸ ਸਮੇਂ ਇੰਨਾ ਹੀ ਜਦੋਂ ਬੇਵਾ ਬਾਈਕਾਟ ਅੰਦੋਲਨ ਵਿੱਚ ਵਿਆਹ। ਪਹਿਲੀ ਗੱਲ, ਸਰਕਾਰ ਨੇ ਬੱਸਾਂ ਦੇ ਕਿਰਾਏ ਵਧਾਏ, ਅਸੀਂ ਉਦੋਂ ਵਿਰੋਧਤਾ ਕੀਤੀ ਜਥੇਬੰਦੀ ਨੇ, ਸਾਡੇ ਨਾਲ 4 ਮਹੀਨੇ 5 ਮਹੀਨੇ ਬੰਦ ਰਿਹਾ। ਜਦੋਂ ਐਮਰਜੈਂਸੀ ਜੀ ਬਠਿੰਡੇ ਦੇ ਵਿੱਚ 18-19 ਮਹੀਨੇ ਬੰਦ ਰਿਹਾ, ਜੇਲ੍ਹ ਦੇ ਵਿੱਚ ਸਰਕਾਰ ਨੇ ਬੰਦ ਰੱਖਿਆ। ਉਸ ਤੋਂ ਬਾਅਦ ਇੱਥੇ ਕਿਸਾਨ ਐਜੀਟੇਸ਼ਨ ਚੱਲੀ ਆ ਬੇਵਾ ਬਾਈਕਾਟ ਦੀ, ਇੰਨਾ ਨੇ ਕਿਸਾਨਾਂ ਨੂੰ ਲਾਮਬੰਦ ਕੀਤਾ ਵੀ 73-74 ਟਰੱਕ ਜਿਹੜੇ ਆ ਚੰਡੀਗੜ੍ਹ ਗਏ ਉਸ ਸਮੇਂ। ਉਸ ਤੋਂ ਬਾਅਦ ਫਿਰ ਉਹਨੇ ਚੋਣ ਲੜੀ 1985 ਜਦੋਂ ਬਰਨਾਲੇ ਦੀ ਗੌਰਮੈਂਟ ਬਣੀ ਆ, ਉਦੋਂ ਉਹਨੂੰ 10,000 ਵੋਟ ਪਈ, ਜਦੋਂ ਕਿ ਬਿਲਕੁਲ ਜਿਹੜੀ ਵੰਡੀ ਪਈ ਸੀ ਫਿਰਕੂ ਦਾ, ਅਤੇ ਵੀ ਉਦੋਂ ਨਵਾਂ ਤਸ਼ੱਦਦ ਹੋਇਆ ਸੀ। ਅਤੇ ਜਦੋਂ 84 'ਚ ਅਟੈਕ ਹੋਇਆ, ਇਹ ਸਭ ਤੋਂ ਪਹਿਲਾਂ ਸਾਨੂੰ ਨਾਲ ਲੈ ਕੇ ਹੋਇਆ ਗਿਆ ਵੀ ਬਹੁਤ ਮਾੜਾ ਕੰਮ ਹੋਇਆ। ਅਤੇ ਇਹਨੇ ਬਾਅਦ ਆਪਣਾ ਪੇਪਰ ਕੱਢਦਾ ਸੀ ਮੈਗਜ਼ੀਨ ਹਵਾਵਾ ਦੱਸਾ, ਉਹਦੇ ਵਿੱਚ ਇਹਨੇ ਰਿਪੋਰਟ ਛਾਪੀ ਵੀ ਫੌਜੀ ਬੂਟਾਂ ਹੇਠ ਲਤਾੜੀ ਗਈ ਪੰਜਾਬ ਦੀ ਧਰਤੀ, ਵੀ ਇੰਨਾ ਤਸ਼ੱਦਦ ਜਿਹੜਾ ਸਿੱਖਾਂ 'ਤੇ ਕੀਤਾ ਵੀ ਸਹਿਣਯੋਗ ਗਿਆ। ਤੁਸੀਂ ਇਹ ਕਦੀ ਸੋਚ ਸਕਦੇ ਵੀ ਇਹ ਬੰਦਾ ਜਿਹੜਾ ਇੱਦਾਂ ਦਾ ਹੋ ਸਕਦਾ? ਬਿਲਕੁਲ ਹੀ ਝੂਠ। ਪਤਾ ਨਹੀਂ ਇਹ ਕਿਸੇ ਬੰਦੇ ਦੀ ਗਲਤਫਹਿਮੀ ਹੋ ਗਈ ਆ, ਉਹਦੇ ਨਾਂ ਨਾਲ ਜੋੜੀ ਜਾਂਦੇ ਆ।
ਅੱਧਾ % ਛੱਡ ਕੇ ਕਿ ਮਾਸਾ ਵੀ ਇਹ 'ਚ ਸੱਚਾਈ ਨਹੀਂ ਹੈਗੀ ਵੀ ਨਾ ਉਹ ਬਲਾਤਕਾਰੀ ਸੀ, ਨਾ ਹੀ ਉਹ ਪੁਲਿਸ ਦਾ ਟੌਟ ਸੀ। 26 ਸਤੰਬਰ 1986 ਨੂੰ ਉਹਦੀ ਸ਼ਹਾਦਤ ਹੋਈ ਆ। ਉਹ ਤੋਂ ਇਹਦੇ ਯੂਪੀ ਸੀ, ਇਹਦੇ ਸਹੁਰੇ ਇਹਦੀ ਸੋਨੀਆ ਆ, ਉਦੋਂ 10-12 ਦਿਨ ਦੀ ਸੀ। ਉਹਨੇ ਵੇਖਣ ਜਾਣਾ ਸੀ ਤੇ ਪਰ ਜਾ ਨਹੀਂ ਸਕਿਆ। ਇੱਥੇ ਕਿਸਾਨੀ ਏਟ ਸੀ ਚੱਲਣ ਨਵੇਂ ਸ਼ਹਿਰ ਦੀ, ਇਹਨੇ ਜਾਣਾ ਸੀ ਉੱਥੇ ਤੇ ਫਿਰ ਇੱਥੇ ਆਪਣਾ ਆਉਂਦਾ ਸੀ ਵੀ ਮੈਂ ਇੱਕ ਪਿੰਡੋਂ ਹੋ ਆਵਾਂ, ਤੇ ਪਿੰਡੋਂ ਜੋ ਹੋਣ ਆਇਆ ਤੇ ਉਦੋਂ ਇਹਨੂੰ ਰਸਤੇ ਜਾਂਦਿਆਂ ਸ਼ਹੀਦ ਕੀਤਾ। ਸਭ ਤੋਂ ਪਹਿਲਾਂ ਅਸੀਂ ਉੱਥੇ ਪਹੁੰਚੇ ਹਾਂ ਇਹਦੀ ਸ਼ਹਾਦਤ 'ਤੇ। ਉੱਥੇ ਸ਼ਹਾਦਤ 'ਤੇ ਮੁੜ ਕੇ ਅਸੀਂ ਉੱਥੇ ਬਹੁਤ ਵੱਡਾ ਇਕੱਠ ਹੋਇਆ, ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਸੋਗ ਮਨਾਇਆ। ਇੱਥੋਂ ਤੱਕ ਵੀ ਇਹ ਖਾੜਕੂ ਜਥੇਬੰਦੀਆਂ ਨੇ ਵੀ ਇਹਦੀ ਵਿਰੋਧਤਾ ਕੀਤੀ ਵੀ ਮਾੜੀ ਕੀਤੀ ਆ, ਮਾਨ ਨੂੰ ਮਾਰਨਾ ਖਾੜਕੂ ਜਥੇਬੰਦੀਆਂ ਵਾਸਤੇ ਗਲਤ ਸੀ। ਕੋਈ ਨਾਮ ਦੱਸ ਸਕਦੇ ਕਿਹੜੀਆਂ ਜਥੇਬੰਦੀਆਂ ਨੇ? ਜਨਰਲ ਵਾਹਬ ਸਿੰਘ ਨੇ ਉਹਨੇ ਮਤਲਬ ਵੀ ਡਟ ਕੇ ਕਿਹਾ ਵੀ ਇਹ ਬਲਦੇਵ ਮਾਨ ਦਾ ਕਤਲ ਜਿਹੜਾ ਬਹੁਤ ਮਤਲਬ ਮਾੜੀ ਘਿਨਾਉਣੀ ਕਾਰਵਾਈ ਆ, ਇਹ ਨਹੀਂ ਹੋਣਾ ਚਾਹੀਦਾ। ਜਨਰਲ ਲਾਭ ਸਿੰਘ ਕੌਣ ਸੀ? ਜਨਰਲ ਵਾਹਬ ਸਿੰਘ ਖਾਲਸਾਨੀ ਉਸ ਵੇਲੇ ਜਰਨਲ ਉਹਨੇ ਵਿਰੋਧਤਾ ਕੀਤੀ ਇਹਦੀ ਵੀ ਇਹ ਨਹੀਂ ਹੋਣਾ ਚਾਹੀਦਾ। ਸਾਰੇ ਜਥੇਬੰਦੀਆਂ ਦੇ ਖਾੜਕੂ ਜਥੇਬੰਦੀਆਂ ਵਿੱਚ ਬੜੀ ਚਰਚਾ ਹੋਈ ਵੀ ਬਲਦੇਵ ਮਾਨ ਨੂੰ ਦਾ ਕਤਲ ਜਿਹੜਾ ਬਹੁਤ ਗਲਤ ਹੋਇਆ, ਨਹੀਂ ਹੋਣਾ ਚਾਹੀਦਾ। ਇਹ ਬਿਲਕੁਲ ਵੀ ਝੂਠ ਆ। ਉਸ ਤੋਂ ਬਾਅਦ ਰਹੀ ਗੱਲ ਬਰਸੀ ਦੀ, ਹਰ ਸਾਲ ਉਹਦੀ ਬਰਸੀ ਜਿਹੜੀ ਆ ਉਹਦੇ ਵਿਚਾਰਧਾਰਾ ਨੂੰ ਮੰਨਣ ਵਾਲੇ ਲੋਕ ਮਨਾਉਂਦੇ ਆ, ਤੇ ਪਿਛਲੇ ਸਾਲ ਕਰੋਨਾ ਕਰਕੇ ਉਹ ਮਨਾਈ ਨਹੀਂ ਗਈ। ਐਕਾ ਮਨਾਉਣੀ ਸੀ ਤੇ ਸੋਨੀਆ ਨੇ ਉਦਮ ਕੀਤਾ। ਰਹੀ ਗੱਲ ਸੋਨੀਆ ਦਾ ਪਹਿਲਾ ਜੋ ਪਿਛੋਕੜ ਆ ਉਹ ਠੀਕ ਆ, ਅਸੀਂ ਮੰਨਦੇ ਹਾਂ ਵੀ ਉਹ ਜਿਹੜੀ ਲਾਈਨ 'ਚ ਗਈ ਆ ਉਹ ਲਾਈਨ ਨੂੰ ਅਸੀਂ ਚੰਗਾ ਨਹੀਂ ਮੰਨਦੇ। ਜਿਹੜੀ ਉਹ ਫਿਲਮੀ ਲਾਈਨ 'ਚ ਗਈ ਆ ਉਦੋਂ ਵੀ ਅਸੀਂ ਕਿਹਾ ਵੀ ਨਹੀਂ ਜਾਣਾ ਚਾਹੀਦਾ। ਉਹਦਾ ਵੱਖਰਾ ਸਵਾਲ ਨਿੱਜੀ ਜ਼ਿੰਦਗੀ ਸੀ। ਹੁਣ ਜਦੋਂ ਦਾ ਇਹ ਕਿਸਾਨ ਮੋਰਚਾ ਲਗਾਇਆ ਉਦੋਂ ਦੀ ਉਹ ਰਾਤ ਦਿਨ ਇੱਕ ਕਰਕੇ ਉਹ ਕਿਸਾਨਾਂ ਵਾਸਤੇ ਜੂਝਣ ਰਹੀ ਆ, ਤੇ ਉਦੋਂ ਉਹਨੇ ਪੱਕਾ ਟਿੱਕੀ ਬਾਰਡਰ 'ਤੇ। ਦੇਖਿਆ ਜਾਵੇ ਜੀ ਜੋ ਉਹ ਸੋਨੀਆ ਮਾਨ ਜੀ ਵੱਲੋਂ ਕਰੀਅਰ ਆਪਣਾ ਚੁਣਿਆ ਗਿਆ ਮਾਡਲਿੰਗ ਨੂੰ, ਉਹ ਕਰੀਅਰ ਵੀ ਕੋਈ ਇੰਨਾ ਮਾੜਾ ਤਾਂ ਨਹੀਂ। ਹਰ ਬੰਦੇ ਦੀ ਨਿੱਜੀ ਜ਼ਿੰਦਗੀ ਆ, ਹਰ ਬੰਦੇ ਨੂੰ ਅਧਿਕਾਰ ਆ ਉਹ ਵੀ ਆਪਣਾ ਕਰੀਅਰ ਚੁਣ ਸਕਦਾ। ਨਹੀਂ ਉਹ ਕੈਰੀਅਰ ਚੁਣ ਸਕਦਾ। ਅਸੀਂ ਕਹਿੰਦੇ ਵੀ ਸਾਡਾ ਉੱਤੇ ਮਤਭੇਦ ਦੀ ਅਸੀਂ ਚਾਹੁੰਦੇ ਹਾਂ ਜੋ ਬਲਦੇਵ ਸਿੰਘ ਮਾਨ ਦਾ ਜੋ ਵਿਚਾਰਤਾ ਅਸੀਂ ਉਹਦੇ ਮੁਤਾਬਕ ਚੱਲਦੀ, ਤੇ ਇਹ ਕੈਰੀਅਰ ਉਹਦੇ ਨਾਲ ਬਹੁਤਾ ਮੇਲ ਨਹੀਂ ਖਾਂਦਾ, ਤੇ ਉਹਦੀ ਨਿੱਜੀ ਜ਼ਿੰਦਗੀ ਆ। ਹੁਣ ਵੀ ਅਸੀਂ ਉਹਦੀ ਨਿੱਜੀ ਜ਼ਿੰਦਗੀ ਦਖਲ ਨਹੀਂ ਦਿੱਤਾ ਉਦੋਂ ਵੀ, ਤੇ ਹੁਣ ਆਪਣੀ ਮਰਜ਼ੀ ਨਾਲ ਉਹ ਕਿਸਾਨ ਜਿਉਂ ਦਾ ਕਿਸਾਨ ਆ ਨਵੇਂ ਬਿੱਲ ਲਾਗੂ ਹੋਏ ਆ ਉਦੋਂ ਤੋਂ ਉਹਨੇ ਰਾਤ ਦਿਨ ਇਹ ਕੀਤਾ ਆ। ਉਹ ਕਿਸਾਨਾਂ ਵਾਸਤੇ ਸੰਘਰਸ਼ ਕਰਨ ਲਈ ਆ, ਹਰ ਥਾਂ ਪਹੁੰਚਦੀ ਆ, ਹਰ ਥਾਂ ਸਮਾਂ ਦਿੰਦੀ ਆ। ਟਿੱਕਰੀ ਬਾਰਡਰ 'ਤੇ ਪੱਕਾ ਹੀ ਨਿਵਾਸ ਬਣਾਇਆ, ਮਾਈ ਭਾਗੋ ਨਿਵਾਸ, ਜਿੱਥੇ ਇਸਤਰੀਆਂ ਦੇ ਰਹਿਣ ਵਾਸਤੇ ਇਹਨੇ ਮੋੜ ਬਣਾਇਆ ਵਸੇਬਾ, ਉਹਨਾਂ ਦੇ ਰਹਿਣ ਵਾਸਤੇ ਬਣਾਇਆ, ਤੇ ਬਹੁਤ ਵੱਡਾ ਸੰਘਰਸ਼ ਕਰ ਲਈ ਆ। ਤੇ ਉਹਦੇ ਉਦਮ ਨਾਲ ਇੱਥੇ ਉਦੋਂ ਉਹਨੇ ਸੋਚਿਆ ਵੀ ਚਲੋ ਮਾਨ ਦੀ ਬਰਸੀ ਨਹੀਂ ਬਣਾਏਗੀ, ਚਲੋ ਕੋਈ ਨਹੀਂ, ਕਿਸਾਨ ਅੰਦੋਲਨ ਚੱਲਣ ਡਿਆ, ਉਹਨੇ ਮਤਲਬ ਉਦਮ ਕੀਤਾ, ਅਸੀਂ ਨਾਲ ਸਪੋਰਟ ਕੀਤੀ। ਤੇ ਬਹੁਤ ਬਰਸੀ ਜੋ ਬਲਦੇਵ ਸਿੰਘ ਮਾਨ ਜੀ ਦੀ ਆ ਉਹ ਉਹਨਾਂ ਵੱਲੋਂ ਕਿਹਾ ਜਾਂਦਾ ਵੀ ਅੱਗੇ ਕਦੇ ਨਹੀਂ ਮਨਾਈਗੀ, ਵੀ ਹੁਣ ਹੀ ਮਨਾਈ ਗਈ ਹੈ। ਇਹ ਪਹਿਲਾਂ ਵੀ ਮਨਾਈ ਜਾਂਦੀ ਰਹੀ ਆ। ਇੱਕ ਮਿੰਟ ਮੈਂ ਦੱਸਦਾ, 1986 ਤੋਂ ਜਦੋਂ ਤੋਂ ਸ਼ਹੀਦ ਹੋਇਆ ਹਰ ਸਾਲ ਉਹਦੀ ਬਰਸੀ ਮਨਾਈ ਜਾਂਦੀ ਆ। ਪਿਛਲੀ ਵਾਰ ਕਰੋਨਾ ਦਾ ਚੱਕਰ ਜ਼ਿਆਦਾ ਮਾਰਚ 'ਚ ਮਨਾਈ ਜਾਂਦੀ ਸੀ, ਤੇ ਮਾਰਚ ਦੇ ਅਖੀਰ ਤੇ ਕਰੋਨਾ ਚੱਕਰ ਜ਼ਿਆਦਾ ਹੋਣ ਕਰਕੇ ਪਿਛਲੀਆਂ ਮਿਸ ਹੋਈ ਆ, ਤੇ ਸਰਕਾਰ ਨੇ ਬਰਸ਼ਾਂ ਜ਼ਿਆਦਾ ਲਾਤੀਆਂ, ਤੇ ਐਕਾ ਕਿਸਾਨੀ ਅੰਦੋਲਨ ਚੱਲਦਾ ਹੋਣ ਕਰਕੇ ਸਾਰੇ ਕਿਸਾਨ ਉਦੋਂ ਬਿਜੀ ਸੀ, ਤੇ ਉਹਨੇ ਮਤਲਬ ਵੀ ਕੋਸ਼ਿਸ਼ ਕੀਤੀ ਵੀ ਆਪਾਂ ਮਾਂ ਸੰਮੇਲਨ ਕਰ ਲੈਂਦੇ ਹਾਂ। ਮਾਂ ਸੰਮੇਲਨ ਤੇ ਚਲੋ ਕਿਸਾਨ ਉਹ ਸ਼ਰਧਾਂਜਲੀ ਭੇਟ ਹੋ ਜਾਊਗੀ, ਬਰਸੀ ਵੀ ਬਣਾਈ ਜਾਊਗੀ, ਤੇ ਨਾਲੇ ਕਿਸਾਨ ਅੰਦੋਲਨ ਨੂੰ ਵੀ ਬਲ ਮਿਲੂਗਾ। ਇਹ 'ਚ ਕੋਈ ਮਾੜੀ ਗੱਲ ਨਹੀਂ। ਇਹ 'ਚ ਸਾਰੇ ਧਰਮਾਂ ਦੇ, ਸਾਰੇ ਵਰਗਾਂ ਦੇ, ਸਾਰੇ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਜਿਹੜੇ ਸ਼ਾਮਲ ਹੋਏ। ਕਾਬਲ ਸਿੰਘ ਜੀ ਇੱਕ ਥੋੜ੍ਹਾ ਦੱਸੋ ਸਾਨੂੰ ਜਾਣਕਾਰੀ ਵੀ ਜਿਹੜੇ ਬਲਦੇਵ ਮਾਨ ਜੀ ਦਾ ਇਹ ਵਿਅਕਤੀਤਵ ਸੀ ਇਸ ਇਲਾਕੇ ਦੇ ਵਿੱਚ, ਪਰ ਉਹ ਲੋਕ ਜਿਹੜੇ ਉਹਨਾਂ 'ਤੇ ਦੋਸ਼ ਲਾ ਰਹੇ ਆ ਉਹ ਕੌਣ ਲੋਕ ਹੋ ਸਕਦੇ ਆ ਜਿਹੜੇ ਦੋਸ਼ ਲਾ ਰਹੇ ਆ, ਔਰ ਉਹ ਕਿਉਂ ਲਾ ਰਹੇ ਆ? ਉਹ ਜਿਹੜੇ ਉਹਨਾਂ ਦੇ ਵਿੱਚੋਂ ਬਹੁਤੇ ਤੇ ਉਹ ਆ ਜਿਹੜੇ ਉਸ ਸਮੇਂ ਖਾੜਕੂ ਵੈਬ ਦੇ ਵਿੱਚ ਸੀ। ਉਹ ਕਿਸੇ ਕਾਰਨ ਕਰਕੇ ਜ਼ਿਆਦਾ ਵਿਦੇਸ਼ਾਂ 'ਚ ਬਹਿ ਗਏ, ਕੋਈ 2 ਨੰਬਰ ਦਾ 3 ਜਿੱਦਾਂ ਧੰਦਾ ਕਿੱਦਾਂ ਕਰਕੇ ਕੋਸ਼ਿਸ਼ ਉਹ ਉੱਥੇ ਪਹੁੰਚ ਗਏ। ਉਹ ਉੱਥੋਂ ਕਰ ਰਹੇ ਆ ਕੁਝ ਭਾਜਪਾ ਦਾ IT ਸੈੱਲ ਜਿਹੜਾ ਉਹਦਾ ਮੇਨ ਜ਼ਿਆਦਾ ਹੋਇਆ। ਉਹ ਗਲਤ ਮਤ ਜਿਹੜੀਆਂ ਵੀਡੀਓ, ਜਦੋਂ ਕਿ ਸਾਡੇ ਪਿੰਡ ਦੇ ਕਈ ਪਿੰਡ ਦੇ ਇਹੋ ਜਿਹੇ ਬੰਦੇ ਆ ਜਿਨ੍ਹਾਂ ਨੂੰ ਬਲਦੇਵ ਮਾਨ ਉਹ ਜੰਮੇ ਹੀ ਬਾਅਦ 'ਚ ਆ। ਕਈ ਜਿਹੜੇ ਵੀਡੀਓ ਪਾ ਰਹੇ ਆ ਨਾ ਮਾਨ ਦੇ ਖਿਲਾਫ, ਉਹ ਜੰਮੇ ਹੀ ਬਲਦੇਵ ਮਾਨ ਦੀ ਸ਼ਹੀਦੀ ਤੋਂ ਬਾਅਦ ਹੀ। ਉਹਨਾਂ ਨੂੰ ਕੀ ਪਤਾ ਵੀ ਮਾਨ ਕੌਣ ਸੀ। ਉਹ ਜੇ ਇਹਨਾਂ ਪੁੱਛਣਾ ਵੀ ਆਪਣੇ ਪਿਓਆਂ ਕੋ, ਆਪਣੇ ਚਾਚਿਆਂ ਕੋ ਪੁੱਛ ਸਕਦੇ ਵੀ ਹੂਜ ਬਲਦੇਵ ਮਾਨ ਕੌਣ ਸੀ। ਜਿਹੜਾ ਉਹਨਾਂ ਦਾ ਮਤਲਬ ਕਤਲ ਹੁੰਦਾ ਆ, ਤੇ ਉਹ ਕਤਲ ਕਰਨ ਵਾਲੇ ਲੋਕ ਫਿਰ ਕੌਣ ਸੀ? ਜੇ ਤੁਸੀਂ ਦੱਸਿਆ ਵੀ ਖਾਲਿਸਤਾਨੀ ਜਿਹੜੇ ਧਿਰਾਂ ਸੀ ਉਹਨਾਂ ਵੱਲੋਂ ਵੀ ਵਿਰੋਧ ਕੀਤਾ ਗਿਆ ਉਹਨਾਂ ਦੇ ਕਤਲ ਦਾ, ਥੋੜ੍ਹਿਆਂ ਨੂੰ ਕੀਤਾ ਗਿਆ, ਬਹੁਤੇ ਜਿਹੜੇ ਆ ਨਾ ਉਹ ਤੁਹਾਨੂੰ ਪਤਾ ਵੀ ਉਸ ਸਮੇਂ ਜਿਹੜੇ ਆ ਉਹਨਾਂ ਨੂੰ ਸਰਕਾਰ ਨੇ ਜਾਂ ਕਿਸੇ
ਕਿਸੇ ਨੇ ਪ੍ਰਚਾਰਤਾ ਸੀ ਵੀ ਇਹ ਸਰਕਾਰ ਪੱਖੀ ਆ ਜੀ, ਇਹ ਸਰਕਾਰ ਨਾਲ ਉਦੋਂ ਜਦੋਂ ਜੀ ਇਹਦਾ ਕਤਲ ਹੋਇਆ ਨਾ, ਉਦੋਂ ਤੇ ਜੀ ਇਦਾਂ ਦੀ ਗੱਲ ਵੀ ਕੋਈ ਨਹੀਂ ਹੈਗੀ। ਉਦੋਂ ਤੇ ਬਿਲਕੁਲ ਇਹ ਸਾਰਾ ਦਾ ਖਾਸ ਕਰੈਕਟਰ ਇਹ ਸੀ ਵੀ ਸਰਕਾਰ ਦੇ ਐਂਟੀ ਆ। ਉਹ ਥੋੜ੍ਹਾ ਜਿਹਾ ਇੱਥੇ ਨਾ ਸਾਡੇ ਕੋਈ ਨਿੱਜੀ ਵੀ ਥੋੜ੍ਹਾ ਜਿਹਾ ਹੈਗਾ, ਜਿਹਦੇ ਕਰਕੇ ਬਲਦੇਵ ਮਾਨ ਦਾ ਉਹਨਾਂ ਨੇ ਉਹ ਗਰੁੱਪ ਨੂੰ ਵਰਤ ਲਿਆ। ਉਹ ਚਾਹੁੰਦੇ ਸੀ ਵੱਡੀ ਘਟਨਾ ਕਰਨੀ ਚਾਹੁੰਦੇ ਸੀ ਖਾੜਕੂ, ਤੇ ਇਹ ਇੱਥੋਂ ਦੇ ਜਿਹੜੇ ਸਾਡੇ ਕੁਛ ਜਿਹਦਾ ਨਿੱਜੀ ਦੁਸ਼ਮਣੀ ਸੀ, ਉਹ ਆਪਣਾ ਨਿੱਜੀ ਇਹ ਕੱਟਣਾ ਚਾਹੁੰਦੇ ਸੀ, ਜਿਹਦੇ ਕਰਕੇ ਕਤਲ ਹੋਇਆ। ਉਹ ਨਹੀਂ ਤਾਂ ਕਤਲ ਹੋਣਾ ਨਹੀਂ ਇਹਦਾ, ਜੇ ਉਦੋਂ ਵੱਜ ਜਾਂਦਾ ਕਿਤੇ ਮਾਨ ਤੇ ਮੁੜ ਕੇ ਦਾ ਕਤਲ ਕਿਸੇ ਨੇ ਕਰਨਾ ਹੀ ਨਹੀਂ। ਸਾਰੀ ਤਰ੍ਹਾਂ 'ਚ ਉਹਦੀ ਚੰਗੀ ਸੇ ਸੀ। ਉਹ ਇੱਕ ਖਾੜਕੂ ਨਾਂ ਦੇ ਜਾਣਿਆ ਜਾਂਦਾ ਸੀ ਵੀ ਸਰਕਾਰ ਦਾ ਬਾਗੀ ਆ। ਹਾਂਜੀ ਬਾਈ ਜੀ, ਤੁਸੀਂ ਵੀ ਬਲਦੇਵ ਸਿੰਘ ਮਾਨ ਜੀ ਬਾਰੇ ਕੋਈ ਜਾਣਕਾਰੀ ਦਿਓਗੇ, ਕਿੱਦਾਂ ਦੇ ਇਨਸਾਨ ਸੀ? ਹਾਂਜੀ, ਜਿਹੜੇ ਬਲਦੇਵ ਸਿੰਘ ਮਾਨ ਸੀ ਨਾ, ਜਿੱਦਣ ਇਹਨਾਂ ਦੀ ਸ਼ਹਾਦਤ ਹੁੰਦੀ ਹੈ ਨਾ, ਮੇਰੀ ਮੋਟਰ ਜਿੱਥੇ ਉਹ ਸ਼ਹਾਦਤ ਹੁੰਦੀ ਹੈ, ਮੇਰੀ ਮੋਟਰ ਤੋਂ 2 ਕਿਲੇ ਹਟਵੀਂ ਆ, ਠੀਕ ਹੈ। ਉਸ ਵਕਤ ਅਸੀਂ ਮੋਟਰ 'ਤੇ ਸੀ ਆਪਣੀ, 'ਤੇ ਜਿੱਥੇ ਉਹ ਸ਼ਹਾਦਤ ਹੁੰਦੀ ਆ, ਠੀਕ ਹੈ ਜੀ। ਬਹੁਤ ਵਧੀਆ ਇਨਸਾਨ ਜਿਹਨੂੰ ਆਪਾਂ ਕਹਿ ਸਕਦੇ ਨਾ, ਉਹ ਚੀਜ਼ ਹੀ ਇਲਾਕੇ ਦੇ ਉਹ ਹਰਮਨ ਪਿਆਰੇ ਨੇਤਾ ਸੀ, ਠੀਕ ਹੈ ਜੀ। ਹਰ ਗਰੀਬ ਅਮੀਰ ਨਾਲ ਤੁਰ ਕੇ ਖੁਸ਼ ਸੀ। ਮੈਨੂੰ ਇੱਕ ਬੜੀ ਵਧੀਆ ਗੱਲ ਯਾਦ ਆ, ਇੱਕ ਨਾ ਉਦੋਂ ਬਾਰਡਰ ਏਰੀਏ 'ਤੇ ਬੰਦੇ ਸੀ ਆਪਣੇ ਸਰਟੀਫਿਕੇਟ, ਇੱਥੇ ਨਾਲਾ ਸਾਡੀ ਤਹਿਸੀਲ ਦੀ, ਅਤੇ ਉਹ ਸਾਡਾ ਨਾ ਇੱਕ ਕਲਰਕ ਸਾਨੂੰ ਸਰਟੀਫਿਕੇਟ ਨਾ ਦੇਵੇ। ਉਹ ਮੈਂ ਮਾਨ ਸਾਹਿਬ ਉੱਥੇ ਕਚਹਿਰੀ ਤੁਰੇ ਫਿਰਦੇ, ਮੈਂ ਮਾਨ ਸਾਹਿਬ ਸਤਿ ਸ਼੍ਰੀ ਅਕਾਲ। ਮੈਂ ਉਦੋਂ ਛੋਟਾ ਸੀ, 10ਵੀਂ 11ਵੀਂ 'ਚ ਪੜ੍ਹਦਾ ਸੀ ਮੈਂ, ਅਤੇ ਮੈਂ ਕਿਹਾ ਮਾਨ ਸਾਹਿਬ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸਾਡੀ ਹੋ ਜਾਂਦਾ। ਕਿਤੇ ਜਵਾਨ ਨੌਜਵਾਨ ਕਿੱਧਰ ਫਿਰ, ਨੌਜਵਾਨ ਕਹਿੰਦਾ ਹੁੰਦਾ ਸੀ, ਕਹਿੰਦੇ ਨੌਜਵਾਨ ਕਿੱਧਰ ਫਿਰਦੇ ਜੇ। ਮੈਂ ਕਿਹਾ ਜੀ ਆਹ ਗੱਲ ਹੈ, ਇੱਥੇ ਨਾ ਦੇਣ ਨਹੀਂ ਰਹੇ ਸਾਨੂੰ ਸਰਟੀਫਿਕੇਟ, ਨਹੀਂ ਦੇਣ ਦੇ। ਉਸੇ ਵੇਲੇ ਹੀ ਉੱਥੋਂ ਹੀ ਮੇਰੇ ਨਾਲ ਜਾ ਕੇ ਉਹਨਾਂ ਮੈਨੂੰ ਸਰਟੀਫਿਕੇਟ ਆਇਆ। ਮੈਨੂੰ ਬਹੁਤ ਗੱਲ ਅਜੇ ਤੱਕ ਉਹਨਾਂ ਦੀ ਯਾਦ ਆ। ਬਹੁਤ ਵਧੀਆ ਹਰਮਨ ਪਿਆਰੇ ਨੇਤਾ ਸੀ ਉਹ, ਜਿਹੜੇ ਬਲਦੇਵ ਸਿੰਘ ਮਾਨ ਸੀ। ਬਾਕੀ ਜਿਹੜੀ ਉਹ ਬੀਬੀ ਦੋਸ਼ ਲਾਉਣ ਦੀ ਹੈ ਨਾ, ਉਹ ਤਾਂ ਵੈਸੇ 110% ਝੂਠ ਬੋਲਿਆ ਉਸ ਬੀਬੀ ਨੇ। ਇਹ 86 ਦੀ ਗੱਲ ਆ, ਉਹ ਬੜੀਆਂ ਪੁਰਾਣੀਆਂ ਗਾਂ ਆਣ ਕੇ ਅੱਗੇ 90 ਦੀ ਗੱਲ ਕਰਨ ਡਈ ਆ। ਪਤਾ ਨਹੀਂ ਉਹ ਬੀਬੀ ਨੂੰ ਕਿੰਨੇ ਇੰਨਾ ਪੜ੍ਹਾਇਆ ਜਾਂ ਕਿੱਦਾਂ ਉਹਨੇ ਪੜ੍ਹਿਆ। ਮੈਂ ਤਾਂ ਕਹਿੰਦਾ ਵੀ ਉਹ ਬੀਬੀ ਨੂੰ ਨਰਕਾਂ ਦੀ ਭਾਗਾ ਹੀ ਹੋਊ ਜ਼ਰੂਰ, ਜੇ ਇਹੋ ਜਿਹੇ ਬੰਦੇ 'ਤੇ ਇਲਜ਼ਾਮ ਲਾ ਰਹੀ ਆ। ਉਹ ਵੀ 100% ਕੀ 110% ਝੂਠ। ਕੌਣ ਹੋ ਸਕਦੇ ਆ? ਤੁਹਾਨੂੰ ਕੀ ਲੱਗਦਾ ਵੀ ਉਹ ਉਹਨਾਂ ਦੇ ਪਿੱਛੇ ਕਿਹੜੀ ਹੱਥ? ਮੈਂ ਤਾਂ 2 ਗੱਲਾਂ ਚਾਹੁੰਦਾ ਵੀ ਪਤਾ ਨਹੀਂ ਉਸ ਬੀਬੀ ਦੇ ਮਨ 'ਚ ਕੀ ਗੱਲ ਆ, ਜਾਂ ਕਿਹੜੀ ਉਹ ਉਸ ਬਲਦੇਵ ਸਿੰਘ ਮਾਨ ਕੋ ਕਿਹੜਾ ਉਹ ਵੈਰ ਲੈਣ ਡਈ ਆ। ਉਹ ਨਾ ਤਾਂ ਉਹ ਮੈਨੂੰ ਜਾ ਕੇ ਉਹ BJP ਕੀ ਪਤਾ ਨਹੀਂ, ਜਾਂ ਉਹਦਾ ਬੀਬੀ ਦਾ ਦਿਮਾਗ ਖਰਾਬ ਹੈ। ਜੀ ਗੱਲ ਇੱਕ ਹੋਰ, ਜਿਹੜੀ ਬੀਬੀ ਗੱਲ ਕਰਨ ਡਈ ਵੀ ਇਹਦਾ ਪਿਓ ਵੀ ਪੁਲਿਸ 'ਚ, ਇਹਦਾ ਪਿਓ ਵੀ ਟੌਟ ਸੀ, ਫਲਾਣ ਸੀ। ਇਹਨਾਂ ਦਾ ਪਿਓ, ਇਹਨਾਂ ਦੇ ਜਿਹੜੇ ਪਿਤਾ ਜੀ ਸੀ ਨਾ, ਉਹ ਦੁੱਧ ਦਾ ਕੰਮ ਕਰਦੇ ਸੀ, ਉਹ ਵਾਹੀਵਾਨ ਸੀ, ਠੀਕ ਹੈ ਜੀ। ਉਹ ਮੈਂ ਸਾਰੀ ਵੀਡੀਓ ਸੁਣੀ ਹੈ ਮੈਂ ਵੀ। ਉਹ ਵਾਹੀਵਾਨ ਸੀ, ਉਹ ਬਹੁਤ ਸੁਲਝੇ ਹੋਏ ਬੰਦੇ ਸੀ। ਸਾਰਾ ਪਰਿਵਾਰ ਇਹਨਾਂ ਦਾ ਪੜ੍ਹਿਆ ਲਿਖਿਆ ਨਹੀਂ। ਇਹਨਾਂ ਦੇ 2 ਭਰਾ ਮਾਸਟਰ ਵੀ ਰਹੇ, 2 ਮਾਸਟਰ ਤੇ 1 ਮਾਰਕੀਟ ਕਮੇਟੀ 'ਚ ਵੀ ਰਹੇ ਨੇ। ਹਾਂਜੀ, ਇਹਨਾਂ ਦਾ ਪਰਿਵਾਰ ਤਾਂ ਐਡਾ ਸੁਲਝਿਆ ਹੋਇਆ ਅਤੇ ਐਡਾ ਪੜ੍ਹਿਆ ਲਿਖਿਆ ਪਰਿਵਾਰ ਸੀ। ਇੱਕ ਚੀਜ਼ ਨਹੀਂ ਸਮਝ ਆਉਂਦੀ ਵੀ ਬੀਬੀ ਨੂੰ ਜਾਂ ਪੜ੍ਹਾਇਆ ਗਿਆ, ਜਾਂ ਉਹਨੇ ਪੜ੍ਹਿਆ ਗਿਆ, ਜਾਂ ਉਹਨੂੰ ਕੀ ਹੋਇਆ ਵਾ, ਇਹ ਗੱਲ ਦੀ ਸਮਝ ਨਹੀਂ ਆਉਂਦੀ। ਪਰ ਉਹ ਬੀਬੀ ਰੱਜ ਕੇ ਝੂਠ ਬੋਲਿਆ ਜੀ, ਰੱਜ ਕੇ। ਹਾਂਜੀ, ਗੱਲ ਇੱਦਾਂ ਵੀ ਜਿਹਦੇ ਬਲਦੇਵ ਸਿੰਘ ਮਾਨ ਆ ਨਾ, ਜਿਹੜਾ ਮੇਰਾ ਇੱਕ ਵੱਡਾ ਭਰਾ ਸੀ ਮਨਜੀਤ ਸਿੰਘ ਮੰਨਾ, ਉਹ ਵੀ ਉਸੇ ਲਹਿਰ ਨਾਲ ਸੰਬੰਧਿਤ ਸੀ। ਪਹਿਲਾਂ ਸਾਡੇ 'ਤੇ ਬਹੁਤ ਟੌਰਚਰ ਹੁੰਦਾ। ਕਿਹੜੀ ਲਹਿਰ ਨਾਲ ਜੀ? ਖਾਲਸਾ ਖਾੜਕੂ ਲਹਿਰ ਨਾਲ। ਅੱਛਾ ਜੀ। ਅਤੇ ਸਾਡੇ 'ਤੇ ਵੀ ਬਹੁਤ ਮਤਲਬ ਪੁਲਿਸ ਨੇ ਤੰਗ ਤੁੰਗ ਕਰਦੇ ਰਹੇ ਦੂਜੇ ਤੀਜੇ, ਪਰ ਬਲਦੇਵ ਸਿੰਘ ਮਾਨ ਇਹੋ ਜਿਹੇ ਵਧੀਆ ਸੀ, ਜਿੰਨਾ ਸਾਨੂੰ ਵੀ ਬਚਾਇਆ, ਉਹ ਸਾਡੇ ਭਰਾ ਨੂੰ 1-2 ਵਾਰਾਂ ਬਚਾਇਆ। ਫਿਰ ਉਹ ਗਲਤ ਟਾਣੀ ਨਾਲ ਪੈ ਕੇ ਅਤੇ ਉਹ ਮਤਲਬ ਖਾੜਕੂ ਲਹਿਰ 'ਚ ਮੁੜ ਕੇ ਸ਼ਹੀਦ ਹੋ ਗਿਆ। ਕਿਸ ਤਰ੍ਹਾਂ ਬਚਾਇਆ ਜੀ ਬਲਦੇਵ ਸਿੰਘ ਮਾਨ ਨੇ ਉਹਨਾਂ ਨੂੰ? ਉਹਨਾਂ ਨੂੰ ਪੁਲਿਸ ਨੇ 1-2 ਵਾਰ ਫੜਿਆ, ਅਤੇ ਉਹਨਾਂ ਛੁਡਾ ਕੇ ਆਂਦਾ ਸੀ ਉਹਨੂੰ ਸਟਾਰਟਿੰਗ ਵਿੱਚ। ਅਤੇ ਉਹ ਮਤਲਬ 10-20 ਦਿਨ ਘਰ ਰਹਿ ਕੇ ਨਾ, ਅਤੇ ਜਦੋਂ ਉਹਨੂੰ ਮਤਲਬ ਕਾਫੀ ਟਾਰਚਰ ਕੀਤਾ ਸੀ, ਅਤੇ ਉਹ 10-20 ਦਿਨ ਘਰ ਰਹਿ ਕੇ ਫਿਰ ਦੁਬਾਰਾ ਉਹਨਾਂ ਮਤਲਬ ਉਸੇ ਪਾਰਟੀ ਨਾਲ ਜਾ ਲਿਆ, ਜਿਹਦੇ ਕਾਰਨ ਉਹਨੂੰ ਉਹਦਾ ਸ਼ਹੀਦ ਹੋ ਗਿਆ। ਹਾਂਜੀ, ਬਾਕੀ ਬਲਦੇਵ ਮੁਕਾਬਲੇ 'ਚ ਹਾਂਜੀ, ਬਾਕੀ ਬਲਦੇਵ ਸਿੰਘ ਮਾਨ ਨੇ 2-3 ਵਾਰਾਂ ਉਹਨੂੰ ਛਡਾਇਆ, ਮੈਨੂੰ ਖੁਦ ਛਡਾਉਂਦਾ ਰਿਹਾ ਬਲਦੇਵ ਸਿੰਘ ਮਾਨ। ਐਡੇ ਵਧੀਆ ਬੰਦੇ ਸੀ। ਤੁਸੀਂ ਵੀ ਉਸ ਮੂਵਮੈਂਟ ਨਾਲ ਸੰਬੰਧਿਤ ਰਹੇ ਹੋ ਕਿਤੇ? ਨਹੀਂ, ਅਸੀਂ ਬਹੁਤ ਘੱਟ, ਅਸੀਂ ਸੰਬੰਧ ਨਹੀਂ ਰਹੇ। ਪਰਿਵਾਰਕ ਮੈਂਬਰ ਹੋਣ ਕਰਕੇ ਨਾ, ਅਸੀਂ ਉਹਨਾਂ ਨਾਲ ਪਰਿਵਾਰਕ ਮੈਂਬਰ ਹੋਣ ਕਰਕੇ ਤੁਹਾਨੂੰ ਚੱਕ ਲੈਂਦੇ ਹੋਣੇ? ਚੱਕ ਲੈਂਦੇ ਹਨ। ਅਸੀਂ ਉਹਨਾਂ ਨਾਲ ਸੰਬੰਧ ਨਹੀਂ ਕਰਦੇ। ਸਾਨੂੰ ਬਹੁਤ ਪੁਲਿਸ ਤੰਗ ਕਰਦੀ ਰਹੀ ਆ, ਪਰ ਅਸੀਂ ਉਸ ਪਰਿਵਾਰ ਨਾਲ ਮਤਲਬ ਇਸ ਇਲਾਕੇ 'ਚ ਹੋਰ ਵੀ ਲੋਕ ਹੋਣਗੇ ਜਿਨ੍ਹਾਂ ਨੂੰ ਬਲਦੇਵ ਸਿੰਘ ਮਾਨ ਹੋਣਾ ਨੇ ਸਹਿਯੋਗ ਕੀਤਾ ਹੋਣਾ? ਬਹੁਤ ਬੰਦੇ ਪੇਸ਼ ਕਰ ਸਕਦੇ ਹਾਂ, ਬਹੁਤ ਬੰਦੇ, ਕਿੰਨੇ ਬੰਦੇ ਜਿਨ੍ਹਾਂ ਨੂੰ ਮਤਲਬ ਉਸ ਵੇਲੇ ਛਡਾਉਂਦੇ ਰਹੇ ਨੇ ਉਹਨਾਂ ਗੱਲਾਂ 'ਚ। ਬਹੁਤ ਵਧੀਆ ਇਨਸਾਨ। ਸੱਤੇ ਸੀਨੇ ਦੇ ਬੰਦੇ ਛਡਾਉਂਦਾ ਗਿਆ ਉਹ। ਸੱਤੇ ਸੀਨਾ ਇੱਥੇ ਸਤਨਾਮ ਸੀਨਾ ਸਭ ਤੋਂ ਵੱਡਾ ਖਾੜਕੂ ਸੀ। ਉਹਦੇ ਚਾਚੇ ਤਾਏ ਉੱਥੋਂ ਥਾਣੇ ਛਡਾ ਕੇ ਵੀ ਆਉਂਦੇ ਸੀ, ਬਲਦੇਵ ਮਾਨ ਛਡਾ ਕੇ ਵੀ ਆਉਂਦਾ ਸੀ। ਸਾਡੀ ਪੰਚਾਇਤ ਹੀ ਅਸੀਂ ਆਪ ਛਡਾਉਂਦੇ ਰਹੇ ਹਾਂ। ਉਹ ਸਾਡੀ ਪੰਚਾਇਤ ਹੀ ਕੰਮ ਐਡਾ ਦੀ।
ਇੱਥੇ ਤੇ ਉਹ ਮਾਨ ਸਾਡੇ ਨਾਲ ਜਾ ਕੇ ਉਹਨੂੰ ਛਡਾ ਕੇ ਹੁੰਦਾ ਵੀ ਇਹਨਾਂ ਦਾ ਕੀ ਕਸੂਰ ਆ, ਇਹਦੇ ਚਾਚੇ ਆ ਇੱਥੋਂ ਤੱਕ ਹੋਰ ਵੀ ਕਈਆਂ ਨੂੰ ਬੰਦੇ ਮਾਨ ਜਦੋਂ ਪੁਲਿਸ ਫੜਦੀ ਜਾ ਕੇ ਛਡਾ ਕੇ ਹੁੰਦਾ ਸੀ। ਜਿਵੇਂ ਮੈਂ ਦੱਸਿਆ ਵੀ ਉਹ ਸਰਪੰਚ ਨੂੰ ਦਾ ਕੋਈ ਉੱਥੇ ਦਾ ਬੱਬਲ ਖਾਸ ਆਇਆ ਨਹੀਂ, ਉਹਨੂੰ ਚੁੱਕ ਲਿਆ, ਉਹਨੂੰ ਬੜਾ ਦਿਨ ਰੱਖਿਆ ਲੱਖਾਂ 5 ਪਿੰਡਾਂ ਦਾ ਸਰਪੰਚ ਸੀ ਜਾਂ ਜੋ ਵੀ ਸੀ, ਤੇ ਉਹਨੂੰ ਛਡਾ ਕੇ ਲਿਆਂਦਾ। ਇਹਦੇ ਬਾਰੇ ਉਹਦੇ ਮੁੰਡੇ ਉਹਦੇ ਮੁੰਡੇ ਨੂੰ ਉਹਦਾ ਮੁੰਡਾ ਕਾਵੀ ਲੀਡਰ ਆ, ਉਹਨੂੰ ਉਹਦੀ ਇੰਟਰਵਿਊ ਲਈ ਜਾ ਸਕਦੀ ਆ ਵੀ ਤੇ ਡੈਡੀ ਨੂੰ ਛਡਾਇਆ ਕਿ ਨਹੀਂ ਬਲਦੇਵ ਮਾਨ ਨੇ, ਤੇ ਉਹ ਹੁਣ ਵੀ ਕਹੂਗਾ ਵੀ ਛਡਾਇਆ ਸੀ। ਤੁਸੀਂ ਜਦੋਂ ਹੁਣ ਤਾਂ ਟਾਈਮ ਜ਼ਿਆਦਾ ਹੋ ਗਿਆ, ਜੇ ਤੁਸੀਂ ਪਹਿਲਾਂ ਆਉਂਦੇ ਤਾਂ ਤੁਹਾਨੂੰ ਉਹਨਾਂ ਕੋਲ ਲੈ ਜਾਂਦੇ। ਉਹਦਾ ਬੇਟਾ ਜਿਹੜਾ ਸਰਪੰਚ ਦਾ ਇਸ ਵੇਲੇ ਉਹ ਕਾਵੀ ਦਾ ਉਹਦਾ ਵੱਡਾ ਆਗੂ ਆ। ਠੀਕ ਹੈ ਜੀ। ਉਹ ਮੂੰਹ ਕਹੂਗਾ ਵੀ ਤਲਵਿੰਦਰ ਸਿੰਘ ਸ਼ੀਨਾ ਵੀ ਉਹ ਵਾਕਿਆ ਜੀ ਉਹਨੇ ਛਡਾਇਆ, ਉਹ ਵੀ ਕਹੂਗਾ ਵੀ ਉਹਨੇ ਪਤਾ ਨਹੀਂ ਕਿੰਨੇ ਕੁ ਛਡਾਏ ਸੀ। ਉਹ ਬਹੁਤ ਵੱਡੀਆਂ ਗੱਲਾਂ ਪਿੰਡ ਦੇ ਲੋਕਾਂ ਵੱਲੋਂ ਕੀਤੀਆਂ ਗਈਆਂ ਨੇ, ਦੱਸਿਆ ਗਿਆ ਉਹਨਾਂ ਦੇ ਚਰਿੱਤਰ ਬਾਰੇ ਵੀ ਦੱਸਿਆ ਗਿਆ, ਸਾਰੇ ਲੋਕਾਂ ਨੂੰ ਨਾਲ ਖੁੱਲ੍ਹ ਕੇ ਗੱਲ ਹੋਈ ਆ ਔਰ ਉਹਨਾਂ ਨੇ ਇਹ ਗੱਲ ਮੰਨੀ ਆ ਕਿ ਜਿਹੜੇ ਦੋਸ਼ ਲਾਉਣ ਵਾਲੇ ਲੋਕ ਨੇ ਉਹ ਬੀਜੇਪੀ ਦਾ ਆਈਟੀ ਸੈੱਲ ਹੋ ਸਕਦਾ। ਉਹਨਾਂ ਨੇ ਇਹ ਸ਼ੰਕੇ ਪ੍ਰਗਟਾਏ ਆ ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਦੱਸਿਆ, ਇਹ ਦਾਅਵਾ ਕੀਤਾ ਕਿ ਜੇ ਇਹਨਾਂ ਦੋਸ਼ਾਂ ਦੇ ਵਿੱਚ ਰੱਤੀ ਭਰ ਵੀ ਜਾਂ 1% ਵੀ ਸੱਚਾਈ ਹੋਵੇ, ਅਸੀਂ ਆਪਦਾ ਸਿਰ ਦੇਣ ਲਈ ਤਿਆਰ ਹਾਂ। ਇਹ ਕਹਿਣਾ ਪਿੰਡ ਦੇ ਸਰਪੰਚ ਤੇਜਵੀਰ ਜੀ ਦਾ। ਔਰ ਅਸੀਂ ਇਹਦੇ ਨਾਲ ਦੀ ਨਾਲ ਇਹ ਵੀ ਸਵਾਲ ਖੜੇ ਹੁੰਦੇ ਆ ਕਿ ਸਿੱਖ ਧਰਮ ਜਿਹੜਾ ਕਿ ਸਾਡੇ ਪੰਜਾਬ ਦੇ ਲੋਕਾਂ ਦੀ ਹੋਂਦ ਜਾਂ ਪੰਜਾਬ ਦੇ ਲੋਕਾਂ ਦੇ ਰਸਮਾਂ ਰਿਵਾਜਾਂ ਜਾਂ ਜ਼ਿਹਨ 'ਚ ਵਸਿਆ ਹੋਇਆ, ਉਸ ਧਰਮ ਦੀ ਇੱਕ ਸਿੱਖਿਆ ਕਿ ਝੂਠ ਨਹੀਂ ਬੋਲਣਾ। ਜਿਹੜੇ ਲੋਕ ਸਿੱਖੀ ਬਾਣਾ ਪਾ ਕੇ ਝੂਠ ਬੋਲਦੇ ਆ ਔਰ ਲੋਕਾਂ 'ਤੇ ਉਂਗਲਾਂ ਚੱਕਦੇ ਆ, ਫਿਰ ਸਵਾਲ ਤਾਂ ਉਹਨਾਂ 'ਤੇ ਵੀ ਖੜੇ ਹੁੰਦੇ ਆ ਕਿ ਉਹ ਸਿੱਖ ਨੇ, ਕੀ ਉਹਨਾਂ ਦਾ ਸਿੱਖੀ ਨਾਲ ਦੂਰ ਦੂਰ ਤੱਕ ਕੋਈ ਰਿਸ਼ਤਾ ਹੈ? ਕਿਉਂਕਿ ਸਿੱਖੀ ਦਾ ਝੂਠ ਬੋਲਣਾ ਨਹੀਂ ਸਿਖਾਉਂਦੀ, ਸਿੱਖੀ ਦਾ ਤਰਕ ਕਰਨਾ ਸਿਖਾਉਂਦੀ ਆ। ਸਿੱਖੀ ਹਮੇਸ਼ਾ ਸੱਚ ਤੱਕ ਪਹੁੰਚਣਾ ਸਿਖਾਉਂਦੀ ਹੈ, ਸੱਚ ਦੀ ਜ਼ਿੰਦਗੀ ਜੀਣਾ ਸਿਖਾਉਂਦੀ ਹੈ। ਸੋ ਇਹਨਾਂ ਸਵਾਲਾਂ ਦੇ ਜਵਾਬ ਲੋਕਾਂ 'ਤੇ ਨੇ, ਲੋਕਾਂ ਸਾਹਮਣੇ ਆ। ਸੱਚਾਈ ਪਿੰਡ ਦੇ ਲੋਕਾਂ ਨੇ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਆ। ਦੇਖਦੇ ਰਹੋ ਦਾ ਮਿਰਰ ਪੰਜਾਬ TV। ਧੰਨਵਾਦ।